श्री नानक पग पंकज बंदन, पग पंकज बंदन। सिमरो अंगद दोख निकंदन, अमरदास गुर हृदय त्यावो, त्यावो। श्री गुरु रामदास गुण गावो, श्री अर्जन बिघ्नन के नाशक, बिघ्नन के नाशक। श्री हरगोबिंद शुभ सुमत प्रकाशक, श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम कृपाला, परम कृपाला। श्री गुरु गोबिंद सिंह बिसाला, विस्मह अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक ओंकारा सतगुरु तेह प्रसाद सच होए। वाहिगुरु जी की फतेह, विघ्न विनाशन सोए। पढ़ो। दोहरा। श्री हरगोबिंद चंद के सुत उपजे पश्चात, केतिक मास व्यतीत भे सुंदर बृतत गात। श्री हरगोबिंद चंद के। धन धन सच्चे पातशाह गरीब नवाज दीन दुनिया दे मालक, चबर छतर तख्त दे मालक, समरथ गुरु परतख गुरु, दीन दयाल कृपाल अंतरजामी, पूਰਨ पार ब्रह्म परमेश्वर। वाहिगुरु अकाल पुरख जी दा सरगुण स्वरूप। दासां गरीबां सिखां सेवकां सारिਆਂ ਦੇ ਸਿਰ ਤੇ ਮੇਰਾ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਆਪ ਜੀ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਕੁਝ ਸਮਾਂ ਗੁਰੂ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਆਪ ਜੀ ਨੇ ਸਰਵਣ ਕਰਨੀ ਹੈ। ਹਜ਼ੂਰ ਮਹਾਰਾਜ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਈਏ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪ ਜੀ ਪਿਆਰ ਨਾਲ ਸਰਵਣ ਕਰ ਰਹੇ ਹੋ। ਹਜ਼ੂਰ ਮਹਾਰਾਜ ਡਰੌਲੀ ਦੀ ਧਰਤੀ ਨੂੰ ਭਾਗ ਲਾਇਆ। ਸੱਚੇ ਪਾਤਸ਼ਾਹ ਡਰੌਲੀ ਦੀ ਧਰਤੀ 'ਤੇ ਸੁਭਾਈਮਾਨ ਹਨ। ਬਾਬਾ ਜੀ ਬਾਬਾ ਸਾਈਂ ਦਾਸ ਜੀ, ਬੀਬੀ ਰਾਮੋ ਜੀ, ਜਿਨ੍ਹਾਂ ਦੇ ਮਨ ਵਿੱਚ ਸਤਿਗੁਰਾਂ ਦੇ ਪ੍ਰਥਾਏ ਅਥਾਹ ਪ੍ਰੇਮ ਹੈ। ਹਜ਼ੂਰ ਮਹਾਰਾਜ ਉਹਨਾਂ ਦੇ ਗ੍ਰਹਿ ਵਿਖੇ ਸੱਜੇ ਹਨ। ਉੱਥੇ ਹੀ ਫਿਰ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਜਨਮ ਹੋਇਆ। ਸਾਧ ਸੰਗਤ ਜੀ, ਬਾਬਾ ਜੀ ਦੇ ਜਨਮ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਮਾਤਾ ਦਮੋਦਰੀ ਜੀ ਦੇ ਗ੍ਰਹਿ ਵਿਖੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ।
ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਹਿਲੇ ਜੇਠੇ ਔਰ ਸਭ ਤੋਂ ਵੱਡੇ ਸਾਹਿਬਜ਼ਾਦੇ ਹਨ। ਬਾਬਾ ਗੁਰਦਿੱਤਾ ਸਾਹਿਬ ਜੀ ਦੀ ਪੂਰਬਲੀ ਭਗਤੀ ਬਹੁਤ ਜ਼ਿਆਦਾ ਹੈ। ਸਾਧ ਸੰਗਤ ਜੀ, ਕੱਤਕ ਦੇ ਮਹੀਨੇ ਦੇ ਵਿੱਚ ਪੁੰਨਿਆ ਵਾਲੇ ਅੰਮ੍ਰਿਤ ਵੇਲੇ ਬਾਬਾ ਗੁਰਦਿੱਤਾ ਜੀ ਨੇ ਜਨਮ ਲਿਆ ਹੈ। ਕੁਝ ਸਿੱਖ ਇਹ ਵੀ ਮੰਨਦੇ ਹਨ ਕਿ ਬਾਬਾ ਜੀ, ਬਾਬਾ ਗੁਰਦਿੱਤਾ ਸਾਹਿਬ ਜੀ ਮਾਨੋ ਗੁਰੂ ਨਾਨਕ ਸਾਹਿਬ ਜੀ ਹੀ ਹਨ, ਪਰ ਅੱਗੋਂ ਭਾਈ ਸੰਤੋਖ ਸਿੰਘ ਜੀ ਨੇ ਖੋਲ੍ਹ ਕੇ ਗੱਲ ਦੱਸੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀਆਂ ਤੇ 9 ਹੀ ਜੋਤਾਂ ਹੋਈਆਂ। ਅੱਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਉਹ ਜੋਤ ਸੁਭਾਇਮਾਨ ਹੈ। ਪਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਕਿਉਂ ਕਿਹਾ ਜਾਂਦਾ ਸੀਗਾ, ਇਹਦਾ ਵੀ ਤੁਸੀਂ ਕਾਰਨ ਸੁਣਿਆ ਸਾਧ ਸੰਗਤ ਜੀ। ਬਾਬਾ ਜੀ, ਬਾਬਾ ਗੁਰਦਿੱਤਾ ਜੀ ਦਾ ਸਵੇ ਮਹੀਨੇ ਤੋਂ ਬਾਅਦ ਨਾਮ ਰੱਖਿਆ ਗਿਆ। ਮਾਤਾ ਗੰਗਾ ਜੀ ਨੇ ਸਤਿਗੁਰੂ ਜੀ ਨੂੰ ਪੁੱਛਿਆ, ਮਹਾਰਾਜ ਪੁੱਤਰ ਦਾ ਨਾਮ ਕੀ ਰੱਖਣਾ ਹੈ? ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦਿੱਤਾ, ਮਾਤਾ ਜੀ ਇਹ ਪੁੱਤਰ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੈ, ਸਤਿਗੁਰੂ ਜੀ ਦਾ ਦਿੱਤਾ ਹੋਇਆ, ਗੁਰੂ ਦਾ ਦਿੱਤਾ ਪੁੱਤਰ ਹੈ, ਇਸ ਕਰਕੇ ਇਹਦਾ ਨਾਮ ਗੁਰਦਿੱਤਾ ਰੱਖਣਾ ਹੈ। ਤੇ ਸਤਿਕਾਰ ਨਾਲ ਬਾਬਾ ਗੁਰਦਿੱਤਾ ਜੀ ਸੰਗਤਾਂ ਕਹਿੰਦੀਆਂ। ਬਾਬਾ ਗੁਰਦਿੱਤਾ ਜੀ ਕਿਉਂ ਕਹਿੰਦੀਆਂ ਸੰਗਤਾਂ, ਉਹ ਵੀ ਤੁਸਾਂ ਸਾਖੀ ਸੁਣਦੀ ਹੈ। ਸਾਧ ਸੰਗਤ ਜੀ, ਬਾਬਾ ਗੁਰਦਿੱਤਾ ਜੀ ਨੂੰ ਬਾਬਾ ਕਿਉਂ ਸ਼ਬਦ ਖਾਸ ਕਰਕੇ ਕਿਹਾ ਜਾਂਦਾ ਸੀ? ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬਾਬਾ ਸ੍ਰੀ ਚੰਦ ਜੀ ਨੂੰ ਮਿਲੇ, ਇਹ ਬਹੁਤ ਲੰਮੇ ਸਮੇਂ ਦਾ ਪ੍ਰਸੰਗ ਲਿਖਿਆ ਭਾਈ ਸਾਹਿਬ ਜੀ ਨੇ। ਉਸ ਤੋਂ ਬਾਅਦ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬਾਬਾ ਸ੍ਰੀ ਚੰਦ ਜੀ ਨੂੰ ਮਿਲੇ ਤੇ ਬਾਬਾ ਸ੍ਰੀ ਚੰਦ ਜੀ ਨੇ ਸਹਿਜ ਸੁਭਾਅ ਹੀ ਕਿਹਾ ਵੀ ਕਿੰਨੇ ਪੁੱਤਰ ਨੇ? ਕਹਿੰਦੇ ਜੀ 5 ਨੇ। ਬਾਬਾ ਸ੍ਰੀ ਚੰਦ ਜੀ ਕਹਿੰਦੇ ਜੀ ਮੈਨੂੰ ਕਿਹੜਾ ਦੇਣਾ ਹੈ? ਮਹਾਰਾਜ ਕਹਿੰਦੇ 5 ਹੀ ਹਾਜ਼ਰ ਹੈ। ਪਰ ਬਾਬਾ ਗੁਰਦਿੱਤਾ ਜੀ ਨੂੰ ਸੌਂਪ ਦਿੱਤਾ। ਫਿਰ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਸਿਰ ਦੀ ਜਿਹੜੀ ਟੋਪੀ ਸੀ ਉਹ ਬਾਬਾ ਗੁਰਦਿੱਤਾ ਜੀ ਨੂੰ ਦੇ ਕੇ ਕਿਹਾ ਸੀ, ਗੁਰੂ ਹਰਗੋਬਿੰਦ ਸਾਹਿਬ ਜਿਹੜੀ ਮੇਰੀ ਵਡਿਆਈ ਹੈ ਵੀ ਤੁਹਾਡੇ ਘਰ ਵਿੱਚ ਆਈ ਹੈ, ਇਹ ਮੇਰੇ ਥਾਂ ਤੋਂ ਅਗਲਾ ਮਹੰਤ ਜਿਹੜਾ ਉਹ ਬਾਬਾ ਗੁਰਦਿੱਤਾ ਜੀ ਹੋਣਗੇ। ਕਹਿੰਦੇ ਅੱਜ ਤੋਂ ਬਾਬਿਆਂ ਦਾ ਹੈ, ਇਸ ਕਰਕੇ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਗੁਰਦਿੱਤਾ ਜੀ ਕਿਹਾ ਜਾਂਦਾ। ਸੋ ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਪਿਆਰ ਵਿੱਚ ਆਓ ਸਾਰੀਆਂ ਸੰਗਤਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਰੋ ਧਿਆਨ। ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਹਰਗੋਬਿੰਦ ਚੰਦ ਕੇ ਸੁਤ ਉਪਜੇ ਪਛਾਤ। ਬਾਬਾ ਜੀ, ਬਾਬਾ ਗੁਰਦਿੱਤਾ ਜੀ ਦਾ ਜਨਮ ਤੋਂ ਬਾਅਦ ਕੇਤਕ ਮਾਸ ਬਤੀਤ ਭੇ ਸੁੰਦਰ ਬਿਰਦਤ ਗਾਤ। ਸਾਧ ਸੰਗਤ ਜੀ, ਕਈ ਮਹੀਨੇ ਸੱਚੇ ਪਾਤਸ਼ਾਹ ਜੀ ਉੱਥੇ ਫਿਰ ਡਰੌਲੀ ਵਿੱਚ ਹੀ ਰਹੇ ਜੀ। ਡਰੌਲੀ ਵਿੱਚ ਰਹਿ ਕੇ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਕੌਤਕ ਕੀਤੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਹੁਣ ਅੱਗੇ ਕਥਾ ਵਿੱਚ ਆਉਣਗੇ। ਚੌਪਈ ਰਾਮੋ ਲਗਤ ਹੁਤੀ ਗੁਰ ਸਾਰੀ। ਤੇ ਬੀਬੀ ਜੀ, ਬੀਬੀ ਰਾਮੋ ਜੀ, ਜੋ ਕਿ ਰਿਸ਼ਤੇਦਾਰੀ ਦਾ ਜ਼ਿਕਰ ਕੀਤਾ ਭਾਈ ਸਾਹਿਬ ਜੀ ਨੇ। ਸਾਰੀ ਦਾ ਅਰਥ ਸਾਲੀ ਹੁੰਦਾ ਤੇ ਹੈ ਤੇ ਰਿਸ਼ਤਾ ਸੀ, ਪਰ ਸਾਡੇ ਬੰਦਿਆਂ ਨੇ ਗਾਲ ਬਣਾ ਦਿੱਤੀ ਜੀ ਇਹਨੂੰ ਜੀ। ਜਦੋਂ ਕਿਸੇ ਨੂੰ ਗਾਲ ਕੱਢਣੀ ਹੋਵੇ ਇਹ ਗੱਲ ਕਹਿ ਦਿੰਦੇ ਆ, ਪਰ ਉੱਦਾਂ ਰਿਸ਼ਤੇਦਾਰੀ ਸੀਗੀ ਇਹ ਸਾਧ ਸੰਗਤ ਜੀ। ਤੇ ਬੀਬੀ ਰਾਮੋ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੇ ਰਿਸ਼ਤੇ ਵਿੱਚ ਸਾਧ ਸੰਗਤ ਜੀ ਸਾਰੀ ਲੱਗਦੇ ਹਨ। ਸੋ ਸੰਬੰਧ ਕੁਰਦੇ ਬਿਸਾਰੀ। ਪਰ ਬੀਬੀ ਰਾਮੋ ਜੀ ਨੇ ਤੇ ਉਹ ਰਿਸ਼ਤਾ ਭੁਲਾ ਹੀ ਦਿੱਤਾ ਸਾਧ ਸੰਗਤ ਜੀ। ਉਹ ਰਿਸ਼ਤਾ ਕਦੀ ਆਪਣੇ ਮਨ 'ਚ ਲੈ ਕੇ ਹੀ ਨਹੀਂ ਆਂਦਾ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਿਸ਼ਤੇਦਾਰ ਹਾਂ। ਹਾਂਜੀ, ਪਤ ਜੁਤ ਜਾਣਿਓ ਗੁਰ ਜਗਦੀਸ਼। ਆਪਣੇ ਪਤੀ ਦੇ ਸਮੇਤ ਸਾਈਂ ਦਾਸ ਜੀ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਸ਼ਤੇਦਾਰ ਨਹੀਂ, ਪਰਮੇਸ਼ਰ ਹੀ ਮੰਨਦੇ ਹੈ ਜੀ। ਸ਼ਰਧਾ ਹੈ ਨਾ, ਭਾਵਨਾ ਹੈ। ਹਾਂਜੀ, ਨਿਤ ਉਠ ਧਰਤ ਚਰਨ ਪਰ ਸੀਸ। ਹਰ ਰੋਜ਼ ਉੱਠਣਾ, ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣਾ,
ਦੋਵਾਂ ਜੀਆਂ ਨੇ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖਣਾ। ਭੋਜਨ ਆਦਿਕ ਸੇਵਾ ਜੋਏ। ਤੇ ਸਾਧ ਸੰਗਤ ਜੀ ਫਿਰ ਭੋਜਨ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਨੀ। ਹੋਰ ਜੇ ਕੋਈ ਸੇਵਾ ਮਿਲਣੀ ਕਰਹਿ ਪ੍ਰੇਮ ਤੇ ਨਿਜ ਕਰ ਸੋਏ। ਤੇ ਆਪਣੇ ਹੱਥਾਂ ਨਾਲ ਸੇਵਾ ਕਰਨੀ। ਬੜੇ ਪਿਆਰ ਨਾਲ ਦੋਵਾਂ ਜੀਆਂ ਨੇ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨੀ। ਅਸ ਪ੍ਰਤੀਤ ਦੰਪਤ ਕੋ ਆਈ। ਦੋਵਾਂ ਜੀਆਂ ਨੂੰ ਸੇਵਾ ਕਰਦਿਆਂ ਕਰਦਿਆਂ ਹੋਰ ਭਰੋਸਾ ਬੱਝਿਆ ਜੀ। ਸੰਗਤ ਜੀ ਇਹ ਵੀ ਪ੍ਰਾਪਤੀ ਹੁੰਦੀ ਹੈ। ਸੇਵਾ ਕਰਦਿਆਂ ਕਰਦਿਆਂ ਗੁਰੂ ਜੀ ਤੇ ਹੋਰ ਭਰੋਸਾ ਬੱਝਣਾ ਜੀ। ਨਹੀਂ ਤੇ ਭਰੋਸਾ ਡਾਵਾਂ ਡੋਲ ਰਹਿੰਦਾ ਬੰਦੇ ਦਾ ਜੀ। ਆਪਾਂ ਸੰਸਾਰੀ ਬੰਦੇ ਹੈਗੇ ਆ, ਅੰਦਾਜ਼ਾ ਲਾ ਲਈਏ, ਕਈ ਵਾਰੀ ਭਰੋਸਾ ਬੱਝ ਜਾਂਦਾ ਤੇ ਕਈ ਵਾਰੀ ਢਿੱਲਾ ਪੈ ਜਾਂਦਾ ਜੀ। ਹਾਂਜੀ, ਬੰਦਾ ਲੱਗਾ ਹੀ ਰਵੇ ਤੇ ਚੰਗੀ ਗੱਲ ਹੈਗੀ ਜੀ। ਕਈ ਵਾਰੀ ਤੇ ਬੜਾ ਪੱਕਾ ਭਰੋਸਾ ਬੱਝ ਜਾਂਦੀ ਤੇ ਕਈ ਵਾਰੀ ਕਰਮਾਂ ਦੇ ਬਸ ਫਿਰ ਬੰਦਾ ਢਿੱਲਾ ਹੋ ਜਾਂਦਾ ਜੀ। ਪਰ ਇਹਨਾਂ ਦੋਵਾਂ ਜੀਆਂ ਨੂੰ ਨਾ ਜੀ ਬੜਾ ਪੱਕਾ ਭਰੋਸਾ ਇਹਨਾਂ ਦੇ ਮਨ 'ਚ ਆਇਆ ਜੀ। ਹਾਂਜੀ, ਸੇਵਤ ਸਤਿਗੁਰ ਸ਼ਕਤੀ ਪਾਈ। ਆਖੋ ਵਾਹਿਗੁਰੂ ਵਾਹਿਗੁਰੂ। ਦੋਵਾਂ ਜੀਆਂ ਨੇ ਸੇਵਾ ਕਰ ਕਰਕੇ ਬੜੀ ਸ਼ਕਤੀ ਪ੍ਰਾਪਤ ਕਰ ਲਈ ਜੀ। ਹੁੰਦਾ ਜੀ, ਜਿਹੜੇ ਪਿਆਰ ਨਾਲ ਨੇਮ ਪ੍ਰੇਮ ਨਾਲ ਕਰਦੇ ਨਾ ਜੀ ਸੇਵਾ, ਉਹਨਾਂ ਨੂੰ ਬੜੀਆਂ ਬੜੀਆਂ ਸ਼ਕਤੀਆਂ ਮਿਲ ਜਾਂਦੀਆਂ ਜੀ। ਹਾਂਜੀ, ਅਜਮਤ ਸਹਤ ਭਇਓ ਉਜਿਆਰਾ। ਕਰਾਮਾਤ ਉਹਨਾਂ ਦੇ ਅੰਦਰ ਹੋ ਗਈ ਜੀ। ਕਰਾਮਾਤ ਆ ਗਈ। ਤੁਸੀਂ ਸੁਣਿਆ ਨਾ, ਜਦੋਂ ਮਹਾਰਾਜ ਨੂੰ ਪ੍ਰਸ਼ਾਦਾ ਛਕਾਇਆ ਤੇ ਬ੍ਰਹਮ ਗਿਆਨ ਤੇ ਮਹਾਰਾਜ ਨੇ ਉਰੋਂ ਹੀ ਦੇ ਦਿੱਤਾ ਜੀ। ਬਾਬਾ ਸਾਈਂ ਦਾਸ ਜੀ ਦੇ ਅੰਦਰ ਬੜੀਆਂ ਕਰਾਮਾਤਾਂ ਆ ਗਈਆਂ ਜੀ। ਅੰਦਰ ਹਿਰਦੇ 'ਚ ਨਾਮ ਦਾ ਚਾਨਣ ਹੋ ਗਿਆ ਜੀ। ਹਾਂਜੀ, 14 ਲੋਕ ਚਰਿਤ ਲਖ ਸਾਰਾ। ਵਾਹ ਜੀ ਵਾਹ, ਆਖੋ ਵਾਹਿਗੁਰੂ ਵਾਹਿਗੁਰੂ। 14 ਭਵਨਾਂ 'ਚ ਜੋ ਰਿਹਾ ਨਾ, ਉਹ ਬਾਬਾ ਸਾਈਂ ਦਾਸ ਜੀ ਨੂੰ ਬੈਠੇ ਹੀ ਪਤਾ ਲੱਗ ਜਾਂਦਾ ਹੁੰਦਾ ਹੈਗਾ ਜੀ। ਇਹ ਬਖਸ਼ਿਸ਼ ਮਿਲੀ ਬਾਬਾ ਸਾਈਂ ਦਾਸ ਜੀ ਨੂੰ, ਪ੍ਰੇਮ ਤੇ ਸੇਵਾ ਕਰਕੇ ਇਹ ਬਖਸ਼ਿਸ਼ ਮਿਲੀ ਜੀ। ਹੁਣ ਬਖਸ਼ਿਸ਼ਾਂ ਤੇ ਹੁਣ ਵੀ ਹੈਗੀਆਂ ਜੀ, ਪਰ ਸਾਡੇ ਕੋਲੋਂ ਉਸ ਹਿਸਾਬ ਨਾਲ ਪ੍ਰੇਮ ਤੇ ਸੇਵਾ ਨਹੀਂ ਹੁੰਦੀ ਸੰਗਤ ਦੀ। ਹਾਂਜੀ, ਤਿਉ ਤਿਉ ਨਮਰੀ ਭੂਤ ਬਨੰਤੇ। ਹਾਂਜੀ, ਸ਼ਕਤ ਪਾਏ ਕਰ ਨਹਿ ਗਰਬੰਤੇ। ਹੁਣ ਜਿਉਂ ਸੇਵਾ ਸਿਮਰਨ ਵੱਧ ਰਿਹਾ, ਕਮਾਈ ਵੱਧ ਰਹੀ ਹੈ, ਤਿਉਂ ਬਾਬਾ ਸਾਈਂ ਦਾਸ ਜੀ ਨਿਮਰਤਾ ਵਿੱਚ ਆਈ ਜਾ ਰਹੇ ਹੈ ਜੀ। ਨਿਮਰਤਾ 'ਚ ਆਈ ਜਾਂਦੇ ਜੀ। ਸ਼ਕਤ ਪਾਏ ਕਰ ਨਹਿ ਗਰਬੰਤੇ। ਸ਼ਕਤੀਆਂ ਬੜੀਆਂ ਮਿਲ ਗਈਆਂ, ਪਰ ਹੰਕਾਰ ਨਹੀਂ ਰਿਹਾ ਉਹਨਾਂ ਦੇ ਮਨ 'ਚ ਜੀ। ਆਕੜ ਨਹੀਂ ਰਹੀ ਜੀ। ਤੇ ਮੈਂ ਵਿਚਰ ਕੇ ਵੇਖਿਆ ਸੰਗਤ ਜੀ, ਧਾਰਮਿਕ ਬੰਦਿਆਂ 'ਚ ਵੀ ਬੜੀ ਆਕੜ ਹੁੰਦੀ ਜੀ। ਧਾਰਮਿਕ ਬੰਦਿਆਂ 'ਚ ਪਤਾ ਕਿਹੜੇ ਧਾਰਮਿਕ ਬੰਦਿਆਂ 'ਚ? ਜਿਨ੍ਹਾਂ ਦੀ ਕਮਾਈ ਪੂਰੀ ਨਹੀਂ ਹੁੰਦੀ, ਅਜੇ ਕਸਰ ਨਹੀਂ ਨਾ ਹੁੰਦੀ, ਕਸਰ ਹੁੰਦੀ ਹੈ ਅਜੇ, ਉਹਨਾਂ 'ਚ ਆਕੜ ਹੋ ਜਾਂਦੀ ਜੀ। ਕਈਆਂ ਨੂੰ ਨਿਤਨੇਮ ਦੀ ਹਉਮੈ ਹੋ ਜਾਂਦੀ ਜੀ, ਆਪਣੀ ਸੇਵਾ ਦੀ ਹਉਮੈ ਹੋ ਜਾਂਦੀ ਜੀ। ਹਾਂਜੀ, ਤੇ ਬੜੇ ਬੜੇ ਧਾਰਮਿਕ ਬੰਦੇ ਆਕੜ ਕੇ ਲੰਘਦੇ ਵੀ ਵੇਖੇ ਜੀ ਮੈਂ ਜੀ। ਆਕੜ ਕੇ ਜੀ, ਕਮਾਈ ਪੂਰੀ ਨਹੀਂ ਹੁੰਦੀ ਜੀ ਅਜੇ ਜੀ। ਇਸੇ ਕਰਕੇ ਗੁਰੂ ਨਾਨਕ ਸਾਹਿਬ ਵੀ ਧਾਰਮਿਕ ਬੰਦੇ ਸੀਗੇ। ਵਾਹਿਗੁਰੂ ਸਿੱਧ ਵੀ ਧਾਰਮਿਕ ਪੁਰਸ਼ ਸਨ, ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਅੰਦਰੋਂ ਆਕੜ ਕੱਢੀ ਸੀ ਫਿਰ ਜੀ। ਕਮਾਈ ਪੂਰੀ ਨਹੀਂ ਨਾ ਜੀ, ਤੇ ਕਮਾਈ ਪੂਰੀ ਨਾ ਹੋਵੇ ਤੇ ਆਕੜ ਮਾਣ ਆ ਜਾਂਦੀ ਬੰਦੇ ਵਿੱਚ ਜੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਉਹਨਾਂ ਦਾ ਆਕੜ ਮਾਣ ਹੰਕਾਰ ਕੱਢਿਆ ਜੀ। ਸਾਈਂ ਦਾਸ ਜੀ 'ਚ ਸ਼ਕਤੀਆਂ ਤੇ ਬਹੁਤ ਆਈਆਂ ਜੀ, ਪਰ ਕਮਾਈ ਪੂਰੀ ਹੈ ਜੀ। ਇਸ ਕਰਕੇ ਹੰਕਾਰ ਨਹੀਂ ਕਰਦੇ, ਘਮੰਡ ਨਹੀਂ ਕਰਦੇ ਜੀ। ਥੋੜ੍ਹੀ ਜਿਹੀ ਅਵਸਥਾ ਬਣਨ ਲੱਗੇ ਤੇ ਘਮੰਡ ਕਰ ਪਵੇ ਨਾ ਬੰਦਾ, ਤੇ ਸਾਰਾ ਕੁਝ ਦੀ ਸੰਗਤ ਜੀ ਉਹ ਨਿਕਲ ਜਾਂਦਾ ਅੰਦਰੋਂ ਜੀ। ਉੱਥੇ ਟਕਸਾਲ 'ਚ ਨਾ ਜੱਥੇ ਵਿੱਚ ਬੜੇ ਸਿੰਘ ਰਹਿੰਦੇ ਜੀ। ਇੱਕ ਸਿੰਘ ਦੀ ਸੁਰਤ ਜੁੜਨ ਲੱਗ ਪਈ ਜੀ, ਬਾਣੀ ਪੜ੍ਹਦਿਆਂ ਤੇ ਉਹਨੇ ਬਾਬਾ ਠਾਕਰ ਸਿੰਘ ਜੀ ਨੂੰ ਇੱਕ ਗੱਲ ਕਹੀ
ਕਹਿੰਦਾ ਜੀ ਇਹ ਸਾਰੇ ਸਿੰਘ ਸੁੱਤੇ ਰਹਿੰਦੇ, ਇਹਨਾਂ ਨੂੰ ਆਖਿਆ ਕਰਕੇ ਤੜਕੇ ਉੱਠ ਕੇ ਬਾਣੀ ਪੜ੍ਹਿਆ ਕਰਨ। ਹਉਮੈ ਆ ਗਈ ਜੀ। ਹਾਂਜੀ, ਉਹ ਦਿਨ ਗਿਆ ਤੇ ਆਹ ਦਿਨ ਆਇਆ। ਅੱਜ ਤੋਂ ਉਸ ਦਿਨ ਤੋਂ ਬਾਅਦ ਉਹਦੀ ਸੁਰਤ ਨਹੀਂ ਜੁੜੀ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਹਉਮੈ ਦੀ ਪੰਡ ਨਾਲ ਲੈ ਕੇ ਜੋ ਤੁਰ ਪਿਆ ਜੀ, ਤੇ ਫਿਰ ਸੁਰਤ ਨਹੀਂ ਜੁੜੀ ਜੀ। ਇਹ ਗੱਲਾਂ ਵਰਤਦੀਆਂ ਨੇ ਜੀ। ਬਾਬਾ ਸਾਈਂ ਦਾਸ ਜੀ ਦੇ ਅੰਦਰ ਬਖਸ਼ਿਸ਼ਾਂ ਤੇ ਪੂਰੀਆਂ ਨੇ, ਪਰ ਬਾਬਾ ਸਾਈਂ ਦਾਸ ਜੀ ਹਉਮੈ ਨਹੀਂ ਸੀ ਕਰਦੇ ਜੀ। ਹਾਂਜੀ, ਬਿਲਸਤ ਬੜੇ ਬਿਨੋਦ ਬਿਲਾਸੂ। ਬੜੇ ਆਨੰਦਮਈ ਜੀਵਨ ਉਹਨਾਂ ਦਾ ਬਣ ਗਿਆ। ਕੌਤਕਾਂ ਵਾਲਾ ਬਾਬਾ ਸਾਈਂ ਦਾਸ ਜੀ ਦਾ ਜੀਵਨ ਬਣ ਗਿਆ। ਤੇ ਉਧਰ ਸੁਣੋ, ਉਹਨਾਂ ਦੇ ਘਰ ਵਿੱਚ ਵੀ ਬੜੇ ਕੌਤਕ ਹੋ ਰਹੇ ਆ ਜੀ। ਕਿਉਂ ਭਲਾ? ਹਾਂਜੀ, ਤਿੰਨ ਕੇ ਸਤਿਗੁਰ ਬਸੇ ਅਵਾਸੂ। ਕਿਉਂਕਿ ਉਹਨਾਂ ਦੇ ਘਰ 'ਚ ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਰਹਿ ਰਹੇ ਆ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਜੀ ਉਹਨਾਂ ਦੇ ਘਰ ਰਹਿ ਰਹੇ ਜੀ। ਹਾਂਜੀ, ਰਾਮੋ ਲੈ ਗੁਰ ਸਤ ਕਰ ਪਿਆਰੂ। ਰਾਮੋ ਲੈ ਗੁਰ ਸੁਤ ਕਰ ਪਿਆਰੂ। ਤੇ ਬੀਬੀ ਰਾਮੋ ਜੀ ਗੁਰੂ ਸਾਹਿਬ ਦੇ ਪੁੱਤਰ ਨੂੰ ਲੈ ਕੇ ਬੜਾ ਪਿਆਰ ਕਰਦੇ ਆ। ਹਾਂਜੀ, ਬਹੁਤ ਦੁਲਾਰਤ ਦੇਖਤ ਚਾਰੂ। ਤੇ ਬੜਾ ਦੁਲਾਰਦੇ ਨੇ ਜੀ, ਬੜਾ ਦੁਲਾਰਦੇ ਆ, ਬੜੀਆਂ ਬਖਸ਼ਿਸ਼ਾਂ ਕਰਦੇ ਆ। ਹਾਂਜੀ, ਗੁਰ ਸਮੀਪ ਕਬ ਕਬ ਲੈ ਜਾਵੇ। ਤੇ ਫਿਰ ਕਦੀ ਕਦੀ ਬਾਬਾ ਗੁਰਦਿੱਤਾ ਜੀ ਨੂੰ ਸਤਿਗੁਰੂ ਜੀ ਦੇ ਕੋਲ ਲੈ ਜਾਂਦੇ ਸੀ। ਸੰਗਤ ਜੀ, ਉਹਦਾ ਕਾਰਨ ਇਹ ਸੀਗਾ, ਮੌਕਾ ਹੀ ਨਹੀਂ ਇੰਨਾ ਮਿਲਦਾ ਜੀ। ਸੰਗਤਾਂ ਬਹੁਤ ਆਉਂਦੀਆਂ ਸੀਗੀਆਂ ਜੀ, ਤੇ ਫਿਰ ਕਦੀ ਕਦੀ ਮੌਕਾ ਮਿਲਣਾ ਜੀ, ਤੇ ਬਾਬਾ ਜੀ ਨੂੰ ਮਹਾਰਾਜ ਜੀ ਦੇ ਕੋਲ ਲੈ ਜਾਣਾ ਜੀ। ਹਾਂਜੀ, ਗੋਦ ਪੁੱਤਰ ਕੋ ਲੈ ਦੁਲਰਾਵੇ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣੇ ਪੁੱਤਰ ਨੂੰ ਗੋਦ ਚ ਪਾ ਕੇ ਤੇ ਦੁਲਾਰਦੇ। ਕਿੱਡੇ ਵੱਡੇ ਭਾਗ ਹੋਣਗੇ ਬਾਬਾ ਗੁਰਦਿੱਤਾ ਜੀ ਦੇ ਜੀ। ਜਨਮਦਿਆਂ ਹੀ ਗੁਰੂ ਦੀ ਗੋਦ ਮਿਲੀ ਦੀ ਉਹਨਾਂ ਨੂੰ। ਹਾਂਜੀ, ਸਾਈਂ ਦਾਸ ਕਬਹੂ ਲੈ ਅੰਕ। ਤੇ ਕਦੀ ਕਦੀ ਫਿਰ ਬਾਬਾ ਸਾਈਂ ਦਾਸ ਜੀ ਵੀ ਆਪਣੀ ਗੋਦ ਚ ਲੈ ਕੇ ਬਾਬਾ ਗੁਰਦਿੱਤਾ ਜੀ ਨੂੰ ਲੈ ਕੇ ਬੈਠੇ ਰਹਿੰਦੇ ਹੁੰਦੇ ਸੀਗੇ ਜੀ। ਹਾਂਜੀ, ਸੁੰਦਰ ਮਨਹੁ ਚੰਦ ਅਕਲੰਕ। ਏਡਾ ਸੋਹਣਾ ਬਾਬਾ ਗੁਰਦਿੱਤਾ ਜੀ ਦਾ ਸਰੂਪ ਸੀਗਾ। ਕਹਿੰਦੇ ਚੰਦ ਵਰਗਾ ਬਾਬਾ ਜੀ ਦਾ ਚਿਹਰਾ, ਪਰ ਚੰਦ ਨੂੰ ਤੇ ਕਲੰਕ ਹੈਗਾ, ਬਾਬਾ ਜੀ ਨੂੰ ਕੋਈ ਕਲੰਕ ਨਹੀਂ ਹੈਗਾ। ਕਹਿਣ ਲੱਗੇ ਚੰਦ ਤੋਂ ਵੀ ਸੋਹਣਾ ਰੂਪ ਹੈਗਾ ਬਾਬਾ ਗੁਰਦਿੱਤਾ ਜੀ ਦਾ। ਹਾਂਜੀ, ਪਿੱਖ ਦਮੋਦਰੀ ਹਵੈ ਬਲਿਹਾਰੀ। ਤੇ ਫਿਰ ਮਾਂ ਨੇ ਤਾਂ ਤੁਹਾਨੂੰ ਪਤਾ ਹੀ ਆ ਲਾਡ ਕਰਨਾ ਹੀ ਸੀਗਾ ਜੀ। ਮਾਤਾ ਦਮੋਦਰੀ ਜੀ ਆਪਣੇ ਪੁੱਤਰ ਨੂੰ ਵੇਖ ਵੇਖ ਕੇ ਬਲਿਹਾਰ ਜਾਂਦੇ ਆ ਜੀ। ਹਾਂਜੀ, ਭਾਰਤ ਪੁੱਤਰ ਪ੍ਰੀਤ ਔਰ ਧਾਰੀ। ਬੜੇ ਪਿਆਰ ਨਾਲ ਪੁੱਤਰ ਨੂੰ ਪਾਲਦੇ ਆ ਜੀ, ਬਹੁਤ ਪ੍ਰੇਮ ਕਰਦੇ ਆ ਜੀ। ਹਾਂਜੀ, ਜਰੇ ਜਰਾਉ ਸੋ ਚਾਮੀ ਕਰਕੇ। ਤੇ ਗੁਰਸਿੱਖਾਂ ਨੇ ਫਿਰ ਬਾਬਾ ਜੀ ਵਾਸਤੇ ਬੜੇ ਬੜੇ ਜੜੇ ਹੋਏ ਕੱਪੜੇ ਲੈ ਕੇ ਆਉਣੇ ਜੀ, ਬੜੇ ਬੜੇ ਵਧੀਆ ਕੱਪੜੇ ਲੈ ਕੇ ਆਉਣੇ ਜੀ। ਹਾਂਜੀ, ਭੂਖਣ ਬਹੁ ਪਹਿਰਾਵਨ ਕਰਕੇ। ਤੇ ਫਿਰ ਬੜੇ ਬੜੇ ਸੰਗਤ ਜੀ ਉਹਨਾਂ ਨੇ ਗਹਿਣੇ ਵੀ ਲੈ ਕੇ ਆਉਣੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਉਦੋਂ ਇਹ ਚੱਲਦਾ ਸੀ ਨਾ ਜੀ ਸਾਰਾ ਕੁਝ। ਹਾਂਜੀ, ਸੂਖਮ ਝੀਨ ਬਸਤਰ ਪਹਿਰਾਵੇ। ਬਰੀਕ ਤੇ ਨਰਮ 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 ਕੱਪੜੇ ਪਾਉਂਦੇ ਜੀ। ਤੁਹਾਨੂੰ ਪਤਾ ਨਿਆਣਿਆਂ ਨੂੰ ਜਿਸ ਤਰ੍ਹਾਂ ਦੇ ਬਸਤਰ ਪਾਏ ਜਾਂਦੇ ਜੀ। ਹਾਂਜੀ, ਝਗਲੀ ਮਹਿ ਸਰੀਰ ਦੇ ਪਤਾਵੇ। ਤੇ ਝਗਲੀਆਂ ਬਣਾਉਣੀਆਂ, ਨਿੱਕੇ ਨਿੱਕੇ ਫਰਾਕਾਂ ਦੀਆਂ ਬਣਾਉਣੀਆਂ, ਉਹ ਬਾਬਾ ਜੀ ਨੂੰ ਪਾਉਣੀਆਂ ਜੀ। ਹਾਂਜੀ, ਤ੍ਰਿਪਤ ਨ ਹੋਤ ਦੁਲਾਰਤ ਸਾਰੇ। ਸਾਰੀਆਂ ਸੰਗਤਾਂ ਹੀ ਬਾਬਾ ਗੁਰਦਿੱਤਾ ਜੀ ਨੂੰ ਬੜਾ ਪਿਆਰ ਕਰਦੀਆਂ। ਕਦੀ ਕੋਈ ਚੁੱਕ ਲੈਂਦਾ ਜੀ, ਕਦੀ ਕੋਈ ਚੁੱਕ ਲੈਂਦਾ ਜੀ। ਸਾਰੀਆਂ ਸੰਗਤਾਂ ਹੀ ਬੜਾ ਪਿਆਰ ਕਰਦੀਆਂ ਜੀ। ਹਾਂਜੀ, ਬਾਲਕ ਦੁਰਲਭ ਪ੍ਰਥਮ ਨਿਹਾਰੇ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਕਹਿੰਦੇ ਜੀ ਇਹੋ ਜਿਹਾ ਬਾਲਕ ਤੇ ਪਹਿਲਾਂ ਵੇਖਿਆ ਹੀ ਨਹੀਂ ਕਦੀ। ਹਾਂਜੀ, ਬੀਤਿਓ ਚੇਤ ਵਿਸਾਖੀ ਆਈ। ਚੇਤ ਦਾ ਮਹੀਨਾ ਲੰਘ ਗਿਆ ਜੀ, ਤੇ ਚੇਤ ਤੋਂ ਬਾਅਦ ਕਿਹੜਾ ਮਹੀਨਾ ਆਉਂਦਾ ਜੀ? ਹਾਂਜੀ, ਵਿਸਾਖ। ਵਿਸਾਖ ਦਾ ਮਹੀਨਾ ਆ ਗਿਆ। ਵਿਸਾਖ ਦਾ ਮਹੀਨਾ, ਇੱਕ ਵਿਸਾਖੀ ਆ ਗਈ ਜੀ। ਹਾਂਜੀ, ਚਹੋਂ ਦਿਸ਼ ਤੇ ਸੰਗਤ ਉਮੜਾਈ। ਤੇ ਗੁਰੂ ਘਰ ਚ ਸ਼ੁਰੂ ਤੋਂ ਹੀ ਦੀਵਾਲੀ ਤੇ ਵਿਸਾਖੀ ਮਨਾਈ ਜਾਂਦੀ ਜੀ। ਚਾਰੇ ਪਾਸਿਓਂ
ਸੰਗਤਾਂ ਆਉਣ ਲੱਗ ਪਈਆਂ ਜੀ। ਹਾਂਜੀ ਸੁਨ ਗੁਰ ਡੇਰਾ ਗ੍ਰਾਮ ਡਰੋਲੀ, ਹਾਂਜੀ ਅਰਪਨ ਹਿਤ ਵਸਤੂ ਬਹੁ ਮੋਲੀ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਗੁਰੂ ਜੀ ਦਾ ਡੇਰਾ ਸੰਗਤਾਂ ਸੁਣਿਆ, ਕਿਉਂ ਵਿਸਾਖੀ ਆ ਗਈ ਨਾ ਜੀ, ਤੇ ਸੰਗਤਾਂ ਤਿਆਰੀ ਕਰਨ ਲੱਗ ਪਈਆਂ ਵੀ ਮਹਾਰਾਜ ਕਿੱਥੇ ਬੈਠੇ ਆ। ਜਿੱਥੇ ਗੁਰੂ ਸਾਹਿਬ ਆਉਣ ਉੱਥੇ ਹੀ ਚੱਲ ਗਏ। ਤੇ ਪਤਾ ਲੱਗਾ ਵੀ ਮਹਾਰਾਜ ਡਰੌਲੀ ਗਏ। ਤੇ ਸੰਗਤ ਫਿਰ ਬਹੁਤ ਸਾਰੀਆਂ ਵਸਤੂਆਂ ਲੈ ਕੇ ਤੁਰ ਪਈਆਂ ਡਰੌਲੀ ਨੂੰ ਜੀ। ਇਹ 2 ਦਿਨ ਮਹਾਰਾਜ ਨੇ ਖਾਸ ਕਹੇ ਸੀ, ਦੀਵਾਲੀ ਤੇ ਵਿਸਾਖੀ। ਹਾਂਜੀ ਲੈ ਬੇ ਖੁਸ਼ੀ ਕਾਮਨਾ ਪੂਰਨ, ਖੁਸ਼ੀ ਲੈਣ ਵਾਸਤੇ, ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਾਉਣ ਵਾਸਤੇ ਸੰਗਤ ਆਏ ਪਹੁੰਚੀ ਤੂਰਨ। ਸੰਗਤਾਂ ਫਿਰ ਮਹਾਰਾਜ ਜੀ ਦੇ ਕੋਲ ਆਈਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਕੋਲ ਆਈਆਂ ਜੀ। ਹਾਂਜੀ ਦਿਵਸ ਬਸੋਏ ਕੋ ਜਬ ਆਵਾ, ਬੜੋ ਫਰਸ਼ ਗੁਰ ਵਹਿਰ ਕਰਾਵਾ। ਤੇ ਵੈਸਾਖ ਧੀਰਨ ਕਿਉ ਵਾਢੀਆਂ, ਜਿੰਨਾ ਪ੍ਰੇਮ ਵਿਛੋ। ਵੈਸਾਖ ਵਾਲਾ ਦਿਨ ਆਇਆ ਜੀ, ਵਿਸਾਖੀ ਵਾਲਾ ਜੀ। ਬਹੁਤ ਵੱਡਾ ਦੀਵਾਨ ਸੱਜਿਆ ਭਾਈ ਕੀ ਡਰੌਲੀ ਜੀ। ਜਿੱਥੇ ਮਹਾਰਾਜ ਹੁੰਦੇ ਸੀ ਨਾ ਜੀ, ਵਿਸਾਖੀ ਉੱਥੇ ਹੀ ਬੜੇ ਪਿਆਰ ਨਾਲ ਮਨਾਈ ਜਾਂਦੀ ਸੀ। ਹਾਂਜੀ ਮਖਮਲ ਕੀ ਗਾਦੀ ਲਗ ਜਰੀ, ਗੁਰਸਿੱਖਾਂ ਨੇ ਮਖਮਲ ਦੀ ਪਹਿਲਾਂ ਵਧੀਆ ਰੂੰ ਤੇ ਉੱਤੇ ਮਖਮਲ ਦਾ ਕੱਪੜਾ ਲਾ ਕੇ ਸਤਿਗੁਰੂ ਵਾਸਤੇ ਸਿੰਘਾਸਨ ਬਣਾਇਆ ਜੀ। ਹਾਂਜੀ ਚਾਰਨ ਕੋਰ ਬਰਾਬਰ ਕਰੀ, ਜਿਹੜੀ ਚਾਰੇ ਪਾਸੇ ਬਰਾਬਰ ਸੀਗੀ ਉਹ ਗੱਦੀ ਮਹਾਰਾਜ ਵਾਸਤੇ ਬਣਾਈ। ਹਾਂਜੀ ਉਪਰ ਧਰੇ ਵੱਡੇ ਉਪਧਾਨੂ, ਤੇ ਉੱਤੇ ਵੱਡੇ ਵੱਡੇ ਸਿਰਹਾਣੇ ਰੱਖੇ ਜੀ। ਹਾਂਜੀ ਖਰੇ ਟਲੈਤ ਭਏ ਸਵਧਾਨੂ, ਤੇ ਸੂਰਮੇ ਲਾਗੇ ਖੜੇ ਹੋ ਗਏ। ਦਰਬਾਰ ਸੱਜ ਗਿਆ ਗੁਰੂ ਜੀ ਦਾ ਜੀ। ਹਾਂਜੀ ਕੰਚਨ ਦੰਡ ਲੈ ਕੋ ਪਾਨੀ, ਤੇ ਚੋਬਦਾਰ ਖਲੋਤੇ ਜੀ। ਚੋਬਦਾਰ ਹੱਥ 'ਚ ਸੋਨੇ ਦੀਆਂ ਚੋਬਾਂ ਲੈ ਕੇ ਅੱਗੇ ਖਲੋ ਗਏ ਜੀ। ਹਾਂਜੀ ਖਰੇ ਭਏ ਗੁਰ ਕੇ ਅਗਵਾਨੀ, ਗੁਰੂ ਸਾਹਿਬ ਜੀ ਦੇ ਆਉਣ ਉੱਤੇ ਸਾਰੀਆਂ ਸੰਗਤਾਂ ਖੜੀਆਂ ਹੋ ਗਈਆਂ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ। ਚੋਬਦਾਰ ਜਿਹੜੇ ਉਹ ਸਤਿਗੁਰੂ ਜੀ ਦੇ ਅੱਗੇ ਖਲੋ ਗਏ ਜੀ। ਹਾਂਜੀ ਸੂਰਜਮੁਖੀ ਬੀਜ ਨਾ ਚਮਕਹਿ, ਤੇ ਸੰਗਤ ਜੀ ਪੱਖਾ ਫਿਰ ਸੂਰਜਮੁਖੀ ਮਹਾਰਾਜ ਨੂੰ ਚੱਲਦੇ ਜੀ। ਕਿਉਂ? ਵਿਸਾਖ ਦੇ ਮਹੀਨੇ 'ਚ ਪੱਖਿਆਂ ਦੀ ਲੋੜ ਪੈ ਜਾਂਦੀ ਹੈ ਜੀ। ਗਰਮੀ ਸ਼ੁਰੂ ਹੋ ਜਾਂਦੀ ਹੈ। ਇਹ ਵੀ ਬੜੀ ਸੇਵਾ ਹੁੰਦੀ ਸੀ ਜੀ। ਹੁਣ ਤੇ ਪੱਖੇ ਛੱਡ ਕੇ ਏਸੀਆਂ ਨੇ ਸੇਵਾ ਹੀ ਖੋਲੀ ਜੀ। ਪਹਿਲਾਂ ਪੱਖੇ ਚੱਲਣੇ ਬੜੇ ਪੁੰਨ ਵੱਧਦੇ ਸੀਗੇ ਜੀ। ਹਾਂਜੀ ਜਨ ਸੂਰਜ ਕਿਰਨਨ ਜੁਤ ਚੰਦਮ ਕਹੇ, ਸੁੰਦਰ ਮੰਦਰ ਕੋ ਤਬ ਤਿਆਗੇ, ਆਏ ਬੜੀ ਸਭਾ ਜਹ ਲਾਗੇ। ਆਖੋ ਵਾਹਿਗੁਰੂ। ਵਾਹਿਗੁਰੂ। ਸੁੰਦਰ ਮੰਦਰ ਕੋ ਤਬ ਤਿਆਗੇ, ਪੂਰੀ ਤਿਆਰੀ ਪਰ ਤਿਆਰੀ ਹੋਈ ਜੀ। ਤੇ ਉਧਰੋਂ ਮਹਾਰਾਜ ਵੀ ਤਿਆਰ ਹੋਏ ਜੀ। ਤੇ ਫਿਰ ਸੱਚੇ ਪਾਤਸ਼ਾਹ ਉੱਥੇ ਆਏ ਜਿੱਥੇ ਤਖਤ ਸਜਿਆ ਹੋਇਆ ਜੀ। ਹਾਂਜੀ ਬੋਲਤ ਚਲਤ ਨਕੀਬ ਅਗਾਰੀ, ਤੇ ਸਾਧ ਸੰਗਤ ਜੀ ਮਹਾਰਾਜ ਤੁਰ ਰਹੇ ਆ ਰਹੇ ਆ। ਪਿੱਛੇ ਚੌਰ ਸਾਹਿਬ ਹੋ ਰਿਹਾ। ਤੇ ਨਕੀਬ ਕਹਿੰਦੇ ਸੀ ਪਹਿਲੇ ਸਮੇਂ 'ਚ ਜਦੋਂ ਰਾਜੇ ਤੁਰਦੇ ਹੁੰਦੇ ਸੀ ਨਾ ਜੀ, ਤੇ ਉਹਨਾਂ ਦੇ ਅੱਗੇ ਫਿਰ ਇੱਕ ਬੰਦਾ ਬੋਲਦਾ ਸੀ, ਸਾਵਧਾਨ ਹੋ ਜੋ ਮਹਾਰਾਜ ਜੀ ਆ ਰਹੇ ਆ। ਤੇ ਨਕੀਬ ਬੋਲ ਰਿਹਾ, ਕਹਿੰਦਾ ਭਾਈ ਸਾਵਧਾਨ ਹੋ ਜੋ, ਮੇਰੇ ਪੀਰੀ ਦੇ ਮਾਲਕ ਗੁਰੂ ਰਾਮਦਾਸ ਜੀ ਦੇ ਪੁੱਤਰ, ਗੁਰੂ ਅਰਜਨ ਸਾਹਿਬ ਜੀ ਦੇ ਪੁੱਤਰ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉੱਤਰਾਧਿਕਾਰੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆ ਰਹੇ ਨੇ। ਤੇ ਸੰਗਤਾਂ ਪਹਿਲਾਂ ਹੀ ਖਲੋ ਗਈਆਂ ਜੀ ਸਾਰੀਆਂ ਜੀ। ਹਾਂਜੀ ਰਾਮੋ ਪਤ ਸੋਂ ਕਰ ਕਰ ਧਾਰੀ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਮਹਾਰਾਜ ਜਦੋਂ ਆ ਰਹੇ ਨਾ ਜੀ ਵਿਸਾਖੀ ਤੇ ਦੀਵਾਨ ਵਿੱਚ, ਤੇ ਵੇਖਿਓ ਮਹਾਰਾਜ ਆਪਣੇ ਪਿਆਰਿਆਂ ਨੂੰ ਕਿੰਨਾ ਮਾਣ ਬਖਸ਼ਿਸ਼ ਕਰਦੇ ਜੀ। ਚੌਰ ਸਾਹਿਬ ਹੋ ਰਿਹਾ ਤੇ ਹਜ਼ਾਰਾਂ ਹੀ ਸੰਗਤਾਂ ਖਲੋਤੀਆਂ ਉਡੀਕ ਰਹੀਆਂ। ਤੇ ਅੱਗੇ ਅੱਗੇ ਨਕੀਬ ਬੋਲ ਰਿਹਾ, ਗੁਰੂ ਹਰਗੋਬਿੰਦ ਸਾਹਿਬ ਆ ਰਹੇ। ਤੇ ਮਹਾਰਾਜ ਨੇ ਸਾਈਂ ਦਾਸ ਜੀ ਦਾ ਹੱਥ ਆਪਣੇ ਹੱਥ 'ਚ ਫੜਿਆ ਹੋਇਆ ਹੈ ਜੀ। ਕਿੰਨਾ ਪਿਆਰ ਮਹਾਰਾਜ ਕਰ ਰਹੇ ਆ ਜੀ।
ਕਿੰਨਾ ਵੱਡਾ ਮਾਣ ਬਖਸ਼ ਰਹੇ ਆ ਜੀ ਸਾਈਂ ਦਾਸ ਜੀ ਨੂੰ। ਹਾਂਜੀ, ਸਨੈ ਸਨੈ ਧਰ ਪਦ ਅਰਬਿੰਦ। ਹੌਲੀ ਹੌਲੀ ਸੱਚੇ ਪਾਤਸ਼ਾਹ ਆ ਰਹੇ ਜੀ। ਕਈ ਬੰਦਿਆਂ ਨੂੰ ਤੁਰਨ ਦੀ ਵੀ ਜਾਚ ਨਹੀਂ ਹੁੰਦੀ ਜੀ। ਮਹਾਰਾਜ ਜੀ ਬੜੇ ਸਹਿਜੇ ਸਹਿਜੇ ਆ ਰਹੇ ਹਨ ਜੀ। ਆਵਤ ਭੇ ਸ੍ਰੀ ਹਰਗੋਬਿੰਦ। ਬਹੁਤ ਹੌਲੀ ਹੌਲੀ ਮਹਾਰਾਜ ਚਰਨ ਅੱਗੇ ਧਰਦੇ ਹੋਏ ਨਾ ਜੀ, ਮੇਰੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਅੱਗੇ ਆਏ ਜੀ। ਹਾਂਜੀ, ਖਰੀ ਦੂਰ ਲੋ ਸੰਗਤ ਘਨੀ। ਦੂਰ ਤੱਕ ਸੰਗਤ ਖੜੀ ਸੀ, ਕੋਈ ਕਾਬਲ ਤੋਂ, ਕੋਈ ਕੰਧਾਰ ਤੋਂ, ਕੋਈ ਪਿਸ਼ਾਵਰ ਤੋਂ, ਕੋਈ ਬੰਗਾਲ ਤੋਂ, ਕੋਈ ਕਸ਼ਮੀਰ ਤੋਂ, ਕੋਈ ਦਿੱਲੀ ਤੋਂ, ਕੋਈ ਜਲਾਲਾਬਾਦ ਤੋਂ, ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤਾਂ ਆਈਆਂ ਸਨ ਜੀ, ਖਾਸ ਕਰਕੇ ਵਿਸਾਖੀ ਮਨਾਉਣ ਵਾਸਤੇ। ਦੂਰ ਤੱਕ ਸਾਰੀ ਸੰਗਤ ਖਲੋਤੀ ਹੈ। ਦਰਸ਼ਨ ਕੀ ਅਭਿਲਾਖਾ ਸੁਣੀ। ਸਾਰਿਆਂ ਦੇ ਮਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦੀ ਆਸ ਹੈਗੀ ਹੈ ਜੀ। ਮਹਾਰਾਜ ਜੀ ਦੇ ਦਰਸ਼ਨ ਕਰਨੇ ਆ। ਹਾਂਜੀ, ਏਕ ਬਾਰ ਸਭ ਸੀਸ ਨਿਵਾਏ। ਤੇ ਜਦੋਂ ਮਹਾਰਾਜ ਲੰਘ ਰਹੇ ਨਾ, ਤੇ ਸਾਈਂ ਦਾਸ ਜੀ ਦੇ ਹੱਥ ਨਾਲ ਹੱਥ ਫੜਿਆ ਮਹਾਰਾਜ ਨੇ, ਇੰਜ ਹੱਥ 'ਚ ਹੱਥ ਪਾਇਆ ਜੀ। ਤੇ ਸਾਈਂ ਦਾਸ ਜੀ ਨਿਮਰਤਾ ਨਾਲ ਪਿੱਛੇ ਪਿੱਛੇ ਤੁਰਦੇ, ਮਹਾਰਾਜ ਫਿਰ ਬਰਾਬਰ ਕਰ ਲੈਂਦੇ ਜੀ। ਸਾਈਂ ਦਾਸ ਜੀ ਫਿਰ ਪਿੱਛੇ ਹੁੰਦੇ, ਮਹਾਰਾਜ ਫਿਰ ਬਰਾਬਰ ਕਰਦੇ ਜੀ। ਤੇ ਜਦੋਂ ਮਹਾਰਾਜ ਲੰਘੇ, ਸਾਰਿਆਂ ਨੇ ਮਹਾਰਾਜ ਜੀ ਨੂੰ ਸੀਸ ਨਿਵਾਇਆ ਜੀ। ਆਪਾਂ ਵੀ ਨਿਵਾਈਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਅਵਲੋਕਤ ਮਨ ਮੋਦ ਉਪਾਏ। ਤੇ ਗੁਰਸਿੱਖਾਂ ਨੇ ਆਪਣੇ ਸਤਿਗੁਰੂ ਜੀ ਨੂੰ ਦੇਖ ਕੇ ਬਹੁਤ ਖੁਸ਼ੀ ਅਨੁਭਵ ਕੀਤੀ ਜੀ। ਹਾਂਜੀ, ਗਾਦੀ ਕੋ ਬੰਧਨ ਕਰ ਬੰਦ। ਹਾਂਜੀ, ਬੈਠੇ ਉੱਪਰ ਡੀਲ ਬਿਲੰਦ। ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਧਿਆਨ ਨਾਲ ਗੱਲ ਸੁਣਿਆ। ਵੈਸੇ ਤੇ ਸਾਨੂੰ ਵੀ ਨੋਟ ਕਰਨੀ ਚਾਹੀਦੀ ਹੈ ਗੱਲ ਜੀ। ਮਹਾਰਾਜ ਗਰੀਬ ਨਵਾਜ ਬੈਠਣ ਲੱਗੇ ਜੀ, ਤਖਤ ਤੇ ਜੀ, ਗੱਦੀ ਤੇ ਬੈਠਣ ਲੱਗੇ। ਗੱਦੀ ਦੇ ਮਾਲਕ ਨੇ ਨਾ, ਤੇ ਤੁਸੀਂ ਅੰਦਾਜ਼ਾ ਲਾਓ ਵੀ ਇਹ ਗੱਦੀ ਹੈ ਕਿਹਦੀ ਹੈ ਜੀ? ਗੁਰੂ ਨਾਨਕ ਦੇਵ ਜੀ ਦੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਜੀ ਗੱਦੀ ਤੇ ਬੈਠਣ ਤੋਂ ਪਹਿਲਾਂ ਗੱਦੀ ਨੂੰ ਮੱਥਾ ਟੇਕਿਆ ਜੀ, ਤੇ ਫਿਰ ਗੱਦੀ ਤੇ ਬੈਠੇ ਜੀ। ਹੁਣੇ ਹੁਣੇ ਪੋਥੀ ਪੜ੍ਹ ਕੇ ਮੇਰੇ ਮਨ 'ਚ ਖਿਆਲ ਆਈ ਵੀ ਅਸੀਂ ਵੀ ਗ੍ਰੰਥੀ ਹੈਗੇ ਆ। ਦੇਸ਼ਾਂ ਵਿਦੇਸ਼ਾਂ 'ਚ ਕਥਾ ਜਾ ਰਹੀ, ਤੇ ਬੜੀ ਦੂਰ ਦੂਰ ਤੱਕ ਕਥਾ ਜਾਣੀ। ਬਹੁਤ ਸਾਰੇ ਗ੍ਰੰਥੀ ਸਿੰਘਾਂ ਨੇ ਕਥਾ ਸੁਣਨੀ। ਹਾਂਜੀ, ਤੇ ਗ੍ਰੰਥੀ ਸਿੰਘ ਦੀ ਜਿਹੜੀ ਗੱਦੀ ਹੈ, ਬਾਬਾ ਬੁੱਢਾ ਜੀ ਦੀ ਗੱਦੀ ਹੈ ਜੀ। ਬਾਬਾ ਜੀ ਦੀ ਹੈ ਨਾ ਜੀ, ਬਾਬਾ ਬੁੱਢਾ ਜੀ ਦੀ। ਤੇ ਚਾਹੀਦਾ ਤਾਂ ਇਹ ਹੈ ਵੀ ਬਹਿਣ ਤੋਂ ਪਹਿਲਾਂ ਮੱਥਾ ਟੇਕ ਕੇ ਫਿਰ ਬੈਠਿਆ ਜਾਵੇ ਜੀ। ਹੁਣ ਪੜ੍ਹ ਕੇ ਪਤਾ ਲੱਗਦਾ ਜੀ। ਫਿਰ ਪੰਕਤੀਆਂ ਪੜ੍ਹੋ। ਗਾਦੀ ਕੋ ਬੰਧਨ ਕਰ ਬੰਦ। ਬੈਠੇ ਉੱਪਰ ਡੀਲ ਬਿਲੰਦ। ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਬੈਠਣ ਲੱਗੇ, ਤੇ ਗੱਦੀ ਗੁਰੂ ਨਾਨਕ ਸਾਹਿਬ ਜੀ ਦੀ ਹੈ ਜੀ। ਆਸਣ ਗੁਰੂ ਨਾਨਕ ਦੇਵ ਜੀ ਦਾ। ਇਸ ਕਰਕੇ ਮਹਾਰਾਜ ਪਹਿਲਾਂ ਬੈਠਣ ਤੋਂ ਪਹਿਲਾਂ ਮੱਥਾ ਟੇਕਦੇ ਆ ਜੀ। ਹਾਂਜੀ, ਚਮਰ ਚਾਰ ਢੋਰਤ ਛਬ ਐਸੇ। ਫਿਰ ਮਹਾਰਾਜ ਆਸਣ ਤੇ ਬੈਠ ਗਏ, ਤੇ ਗੁਰੂ ਕਾ ਚਮਰ ਬਰਦਾਰ, ਚੌਰ ਬਰਦਾਰ, ਚੌਰ ਸਭ ਕਰਨ ਲੱਗਾ ਜੀ। ਹਾਂਜੀ, ਆਵਤ ਉਡਤ ਹੰਸ ਹੋਏ ਜੈਸੇ। ਆਖੋ ਵਾਹਿਗੁਰੂ ਵਾਹਿਗੁਰੂ। ਚਿੱਟੇ ਰੰਗ ਦਾ ਚੌਰ ਸਭ ਹੋ ਰਿਹਾ ਜੀ। ਤੇ ਲਿਖਦੇ ਵੀ ਉਹ ਚੌਰ ਬਰਦਾਰ ਏਡੇ ਸੋਹਣੇ ਤਰੀਕੇ ਨਾਲ ਚੌਰ ਸਭ ਕਰੇ, ਇਉਂ ਲੱਗਦਾ ਵੀ ਹੰਸ ਉਡਾਰੀ ਮਾਰ ਕੇ ਕਦੀ ਇੱਧਰ ਜਾਂਦਾ ਤੇ ਕਦੀ ਇੱਧਰ ਜਾਂਦਾ। ਐਡਾ ਸੋਹਣਾ ਚੌਰ ਸਭ ਕਰੇ ਜੀ। ਹਾਂਜੀ, ਭਇਓ ਮੇਵਰੋ ਖਰੋ ਅਗਾਰੀ। ਮੇਵਰੋ ਅਰਦਾਸੀਏ ਨੂੰ ਕਹਿੰਦੇ ਜੀ। ਮੇਵੜਾ ਸਿੱਖ, ਅਰਦਾਸੀਆ ਸਿੱਖ ਮਹਾਰਾਜ ਜੀ ਦੇ ਸਾਹਮਣੇ ਖਲੋ ਗਿਆ। ਹਿਤ ਸਿੱਖਿਅਨ ਅਰਦਾਸ ਉਚਾਰੀ। ਤੇ ਫਿਰ ਗੁਰਸਿੱਖਾਂ ਦੀ ਅਰਦਾਸ ਸ਼ੁਰੂ ਹੋਈ ਜੀ। ਮਹਾਰਾਜ ਜੀ ਫਲਾਣਾ ਸਿੱਖ ਇੰਨੀ ਮਾਇਆ ਲੈ ਕੇ ਆਇਆ, ਆਹ ਕੰਮ ਹੈਗਾ, ਰਾਸ ਕਰ ਦਿਓ। ਇਸ ਤਰ੍ਹਾਂ ਅਰਦਾਸਾਂ ਹੋ ਰਹੀਆਂ ਜੀ। ਹਾਂਜੀ, ਹੁਕਮ ਭਇਓ ਸੰਗਤ ਕੋ ਤਬੈ। ਫਿਰ ਸਾਰੀ ਸੰਗਤ ਨੂੰ ਹੁਕਮ ਹੋਇਆ ਮਹਾਰਾਜ ਦਾ। ਹਾਂਜੀ, ਅਬ ਗੁਰ ਦਰਸਹੁ ਆਵਹੁ ਸਬੈ। ਤੇ ਫਿਰ ਸੰਗਤਾਂ ਲਾਈਨਾਂ 'ਚ ਲੱਗ ਕੇ ਮਹਾਰਾਜ ਦੇ ਦਰਸ਼ਨ ਕਰਦੀਆਂ। ਆਖੋ ਵਾਹਿਗੁਰੂ ਵਾਹਿਗੁਰੂ।
ਕਿੱਡਾ ਸੋਹਣਾ ਦਰਬਾਰ ਹੋਏਗਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀ। ਹਾਂਜੀ। ਸੁਨਤ ਬਾਤ ਉਤਲਾਵਤ ਆਈ। ਤੇ ਜਦੋਂ ਸੰਗਤ ਦੀ ਮਹਾਰਾਜ ਨੇ ਆਖਿਆ ਨਾ ਵੀ ਹੁਣ ਸੰਗਤਾਂ ਆ ਜਾਣ, ਤੇ ਸੰਗਤਾਂ ਦੇ ਤੇ ਖੁਸ਼ੀ ਦਾ ਅੰਤ ਹੀ ਨਹੀਂ ਰਿਹਾ ਜੀ। ਬੜੀ ਬੜੀ ਦੂਰੋਂ ਆਈਆਂ ਸੀ ਨਾ ਸੰਗਤਾਂ, ਦੌੜ ਕੇ ਸਾਰੇ ਮਹਾਰਾਜ ਜੀ ਵਾਲੇ ਪਾਸੇ ਆਏ। ਤਰਹਿ ਉਪਾਇਨ ਗਨ ਅਗਵਾਈ। ਤੇ ਸਾਧ ਸੰਗਤ ਜੀ ਆਪਣੀਆਂ ਆਪਣੀਆਂ ਭੇਟਾਵਾਂ ਰੱਖ ਰਹੇ ਆ। ਹਾਂਜੀ। ਦਰਸ਼ਨ ਕਰ ਕਰ ਜੋਰਤ ਹਾਥ। ਦਰਸ਼ਨ ਕਰ ਕਰਕੇ ਤੇ ਹੱਥ ਜੋੜ ਰਹੇ, ਆਪਾਂ ਵੀ ਜੋੜੀਏ। ਆਖੋ ਵਾਹਿਗੁਰੂ ਵਾਹਿਗੁਰੂ। ਇਸ ਮੱਤ ਪ੍ਰਾਪਤ ਕਰਨੀ ਆਪਾਂ ਇਹ ਕਥਾ ਸੁਣ ਕੇ। ਹਾਂਜੀ। ਪਾਏ ਕਾਮਨਾ ਸ਼ਰਧਾ ਸਾਥ। ਤੇ ਪੂਰੀ ਪੂਰੀ ਸ਼ਰਧਾ ਰੱਖ ਕੇ ਨਾ ਜੀ ਕਾਮਨਾ ਪ੍ਰਾਪਤ ਕਰ ਰਹੇ ਆ ਜੀ, ਮਨੋ ਇੱਛਤ ਫਲ ਪ੍ਰਾਪਤ ਕਰ ਰਹੇ ਆ ਜੀ। ਇੱਥੇ ਤੇ ਜਿਹੜਾ ਸ਼ਰਧਾ ਧਾਰੇਗਾ ਉਹਦਾ ਭਲਾ ਹੋਏਗਾ ਜੀ, ਭਲਾ ਹੋਏਗਾ ਜੀ। ਹਾਂਜੀ। ਅਗ ਨਗਨ ਦਰਬ ਚੜਿਓ ਗੁਰ ਆਗੇ। ਹਾਂ ਹਾਂਜੀ। ਅਰਪਹਿ ਜਾਣਹਿ ਸਫਲ ਸੁਭਾਗੇ। ਅਨ ਗਨਨ ਦਰਬ ਚੜਿਓ ਗੁਰ ਆਗੇ। ਅਨ ਗਨਨ ਦਾ ਮਤਲਬ ਹੁੰਦਾ ਹੈ ਬੇਅੰਤ ਜੀ। ਹਾਂਜੀ। ਮਹਾਰਾਜ ਗਰੀਬ ਨਵਾਜ ਜੀ ਅੱਗੇ ਬੜੀ ਮਾਇਆ ਚੜੀ ਤੇ ਢੇਰ ਲੱਗ ਗਏ। ਅਰਪਹਿ ਜਾਣਹਿ ਸਫਲ ਸੁਭਾਗੇ। ਇੱਕ ਹੁੰਦੇ ਭਾਗ, ਇੱਕ ਹੁੰਦੇ ਸੁਭਾਗ। ਸੰਗਤਾਂ ਮਾਇਆ ਭੇਟ ਕਰਦੀਆਂ ਤਾਂ ਆਪਣੇ ਵੱਡੇ ਭਾਗ ਜਾਣਦੀਆਂ ਜੀ। ਸਾਨੂੰ ਮੌਕਾ ਮਿਲਿਆ। ਹਾਂਜੀ। ਆਵਨ ਸਿਖਿਅਨ ਕਰਿਓ ਸਕਾਰਥ। ਹਾਂਜੀ। ਸਰਬ ਰੀਤ ਕਰ ਭਏ ਕ੍ਰਿਤਾਰਥ। ਗਰੀਬ ਨਵਾਜ ਜੀ ਨੇ ਸਾਰੇ ਪੰਡਾਲ ਚ ਦ੍ਰਿਸ਼ਟੀ ਫੇਰੀ, ਮਿਹਰ ਦੀ ਨਿਗਾਹ ਪਾਈ। ਕੋਈ ਕਿਤੋਂ ਆਇਆ, ਕੋਈ ਕਿਤੋਂ ਆਇਆ, ਸਾਰਿਆਂ ਦਾ ਆਉਣਾ ਮਹਾਰਾਜ ਨੇ ਸਫਲਾ ਕਰ ਦਿੱਤਾ ਜੀ। ਹੁਣ ਵੇਖੋ ਨਾ ਜੀ, ਕਈ ਹਰਿਮੰਦਰ ਸਾਹਿਬ ਆਉਂਦੇ, ਪਤਾ ਨਹੀਂ ਜ਼ਿੰਦਗੀ ਚ ਇੱਕੋ ਵਾਰੀ ਆਉਣ ਦਾ ਮੌਕਾ ਮਿਲਣਾ, ਫਿਰ ਆਉਣਾ ਕਿ ਨਹੀਂ ਆਉਣਾ। ਮਹਾਰਾਜ ਜੀ ਨੇ ਮਿਹਰ ਦੀ ਦ੍ਰਿਸ਼ਟੀ ਪਾਈ ਜੀ ਸਾਰਿਆਂ ਤੇ। ਹਾਂਜੀ। ਸਵਾ ਜਾਮ ਗੁਰ ਦਰਸ਼ਨ ਦੀਨਾ। ਸਵਾ ਪਹਿਰ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ। ਪੁੰਨ ਭੋਜਨ ਹਿਤ ਉਠੇ ਪ੍ਰਥੀਨਾ। ਫਿਰ ਕਥਾ ਕੀਰਤਨ ਵੀ ਹੋਇਆ ਨਾ ਜੀ ਨਾਲ। ਫਿਰ ਮਹਾਰਾਜ ਪ੍ਰਸ਼ਾਦੇ ਲਈ ਉੱਠੇ ਜੀ। ਹਾਂਜੀ। ਪੁੰਨ ਭੋਜਨ ਹਿਤ ਉਠੇ ਪ੍ਰਬੀਨਾ। ਜੈ ਜੈਕਾਰ ਹੋਤ ਚਹੁ ਫੇਰੇ। ਤੇ ਚਾਰੇ ਪਾਸੇ ਸੰਗਤਾਂ ਦਰਸ਼ਨ ਕਰਕੇ ਪਤਾ ਕੀ ਕਹਿੰਦੀਆਂ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਹਾਂ, ਦੋ ਚਾਰ ਬੀਬੀਆਂ ਨੂੰ ਹੀ ਕਹਿਣਾ ਆਉਂਦਾ ਜੀ ਹੈ, ਬਾਕੀਆਂ ਨੇ ਨਹੀਂ ਆਖਿਆ। ਗੱਜ ਕੇ ਸਾਰੇ ਆਖੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ। ਗਏ ਸਦਨ ਕੋ ਗੁਰ ਤਿਸ ਬੇਰੇ। ਤੇ ਫਿਰ ਬਾਬਾ ਸਾਈਂ ਦਾਸ ਜੀ ਦਾ ਜਿੱਥੇ ਘਰ ਬਣਿਆ, ਮਹਾਰਾਜ ਉੱਥੇ ਗਏ ਸੱਚੇ ਪਾਤਸ਼ਾਹ। ਹਾਂਜੀ। ਦੇਗ ਵਿਸਾਲ ਹੋਤ ਗੁਰ ਕੇਰੀ। ਬਹੁਤ ਸਾਰੀਆਂ ਸੰਗਤਾਂ ਨੂੰ ਖੁੱਲਾ ਲੰਗਰ ਵਰਤਿਆ ਜੀ। ਇੱਕ ਫਿਰ ਸਬਜ਼ੀ ਥੋੜੀ ਬਣੀ ਹੋਏਗੀ ਤੇ ਬੜਾ ਕੁਝ ਬਣਿਆ ਹੋਏਗਾ ਜੀ। ਹਾਂਜੀ। ਕਰਹਿ ਤਿਆਰ ਨਿਸ ਦਿਵਸ ਕਨੇਰੀ। ਹਰ ਰੋਜ਼ ਹੀ ਖੁੱਲਾ ਲੰਗਰ ਤਿਆਰ ਹੁੰਦਾ ਸੀ। ਤੇ ਫਿਰ ਵਿਸਾਖੀ ਤੇ ਵਿਸ਼ੇਸ਼ ਲੰਗਰ ਤਿਆਰ ਹੋਇਆ ਜੀ। ਹਾਂਜੀ। ਲੋਕ ਅਨੇਕ ਸੋ ਅਚਹਿ ਆਹਾਰਾ। ਅਨੇਕਾਂ ਲੋਕ ਆ ਕੇ ਭੋਜਨ ਛਕਦੇ ਜੀ, ਅਨੇਕਾਂ ਲੋਕ ਜੀ। ਹਾਂਜੀ। ਨਹਿ ਪਯਤ ਕਹਿ ਸਮੈ ਸ਼ੁਮਾਰਾ। ਨਹਿ ਪਯਤ ਕਹਿ ਸਮੈ ਸ਼ੁਮਾਰਾ। ਇੰਦੀਆਂ ਸੰਗਤਾਂ ਆਈਆਂ ਵੀ ਗਿਣਤੀ ਕੋਈ ਨਹੀਂ ਰਹੀ ਜੀ। ਤੇ ਗੁਰੂ ਕੇ ਲੰਗਰ ਚ ਵੀ ਕੋਈ ਕਮੀ ਨਹੀਂ ਰਹੀ ਜੀ। ਹਾਂਜੀ। 3 ਦਿਵਸ ਮੇਲਾ ਵੱਡ ਰਹਿਓ। ਲਓ ਜੀ, ਵਿਸਾਖੀ ਦਾ ਫਿਰ 3 ਦਿਨ ਮੇਲਾ ਰਿਹਾ ਜੀ। 3 ਦਿਨ, ਜਿਵੇਂ ਹੋਲਾ ਮਹੱਲਾ 3-4 ਦਿਨ ਰਹਿੰਦਾ ਜੀ, ਇਸੇ ਤਰ੍ਹਾਂ ਵਿਸਾਖੀ ਦਾ 3 ਦਿਨ ਮੇਲਾ ਰਿਹਾ ਜੀ। ਹਾਂਜੀ। ਭਾਉ ਸਹਤ ਗੁਰ ਦਰਸ਼ਨ ਲਹਿਓ। ਸੰਗਤਾਂ ਨੇ ਬਹੁਤੇ ਹੀ ਪ੍ਰੇਮ ਨਾਲ ਮਹਾਰਾਜ ਜੀ ਦੇ ਦਰਸ਼ਨ ਕੀਤੇ ਜੀ। ਹਾਂਜੀ। ਦੇ ਦੇ ਸਿਰ ਪਾਉ ਗੁਰ ਫੇਰ। ਸੱਚੇ ਪਾਤਸ਼ਾਹ ਜੀ ਨੇ ਸਰੋਪੇ ਦਿੱਤੇ ਜੀ ਫਿਰ ਜੀ ਸੰਗਤਾਂ ਨੂੰ। ਹਾਂਜੀ। ਕਰੇ ਵਿਸਰਜਨ ਜਿਤ ਕਿਤ ਕੇਰ। ਤੇ ਮਹਾਰਾਜ ਨੇ ਫਿਰ ਵਿਦਾ ਕੀਤੀਆਂ ਸੰਗਤਾਂ ਦੀ। ਆਖੋ ਵਾਹਿਗੁਰੂ ਵਾਹਿਗੁਰੂ। ਜਿੱਧਰੋਂ ਜਿੱਧਰੋਂ ਕੋਈ ਆਇਆ, ਉਧਰੋਂ ਉਧਰ ਮਹਾਰਾਜ ਜੀ ਨੇ ਵਿਦਾ ਕੀਤਾ ਜੀ ਸਾਰਿਆਂ ਨੂੰ। ਹਾਂਜੀ। ਚਹੁ ਦਿਸ਼ ਕੇ ਪ੍ਰਸਥਨ ਪ੍ਰਸਥਾਨੇ। ਫਿਰ ਪੜੋ। ਚਹੁ ਦਿਸ਼ ਕੇ ਪ੍ਰਸਥਨ ਪ੍ਰਸਥਾਨੇ। ਚਹੁ ਦਿਸ਼ ਕੇ ਪ੍ਰਸਥਨ ਪ੍ਰਸਥਾਨੇ।
ਚਾਰੇ ਪਾਸਿਆਂ ਤੋਂ ਜਿਹੜੇ ਲੋਕ ਆਏ ਸੀ ਸਭ ਉਧਰ ਉਧਰ ਚਲੇ ਗਏ। ਹਾਂਜੀ, ਗੁਰ ਜਸ ਕਰਤੇ ਜਾਤ ਮਹਾਨੇ। ਬਹੁਤ ਵੱਡਾ ਵਿਸਾਖੀ ਦਾ ਮੇਲਾ, ਜੋੜ ਮੇਲਾ ਹੋਇਆ, ਖੂਬ ਕਥਾ ਕੀਰਤਨ ਹੋਇਆ, ਗੁਰੂ ਜੀ ਦੇ ਦਰਸ਼ਨ ਹੋਏ, ਲੰਗਰ ਚੱਲੇ, ਸੰਗਤਾਂ ਮਹਾਰਾਜ ਜੀ ਦਾ ਜਸ ਕਰਦੀਆਂ ਹੋਈਆਂ ਘਰ ਜਾ ਰਹੀਆਂ ਜੀ। ਹਾਂਜੀ, ਗਏ ਸੁਦਾਸਰ ਕੋ ਨਰ ਕੇਈ। ਕਿ ਕਈ ਫਿਰ ਨਾ ਜੀ ਉਹਨਾਂ ਚੋਂ ਦਰਬਾਰ ਸਾਹਿਬ ਦਰਸ਼ਨ ਕਰਨ ਚਲੇ ਗਏ। ਹਾਂਜੀ, ਮਜਨ ਕਰਤ ਭਏ ਤਹਿ ਤੇਈ। ਮੱਜਨ ਕਰਤ ਭਏ ਤਹਿ ਤੇਈ। ਉੱਥੇ ਜਾ ਕੇ ਦਰਬਾਰ ਸਾਹਿਬ ਸੰਗਤਾਂ ਨੇ ਇਸ਼ਨਾਨ ਕੀਤਾ ਜੀ। ਹਾਂਜੀ, ਬੁੱਢੇ ਅਰ ਗੁਰਦਾਸ ਜੇ ਆਦ। ਹੁਣ ਦਰਬਾਰ ਸਾਹਿਬ ਕਿਹਨੂੰ ਛੱਡ ਕੇ ਆਏ ਮਹਾਰਾਜ? ਹਾਂ, ਜਦੋਂ ਤੁਸੀਂ ਫਿਰ ਇੰਜ ਬੋਲਦੇ ਫਿਰ ਮੈਨੂੰ ਪਤਾ ਲੱਗਦਾ ਵੀ ਤੁਸੀਂ ਕਥਾ ਵੀ ਸੁਣ ਰਹੇ ਤੇ ਸੁਰਤ ਵੀ ਇੱਥੇ ਹੀ ਹੈਗੀ ਹੈ ਜੀ। ਕਿਹਨੂੰ ਛੱਡ ਕੇ ਆਏ ਮਹਾਰਾਜ? ਬਾਬਾ ਬੁੱਢਾ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਜੀ। ਹਾਂਜੀ, ਬੂਜਤ ਸੁਧ ਕਰ ਕਰ ਗੁਰ ਯਾਦ। ਉਹਨਾਂ ਵੇਖਿਆ ਇੱਕਦਮ ਸੰਗਤਾਂ ਆਈਆਂ ਬਹੁਤ ਜ਼ਿਆਦੀਆਂ। ਉਹਨਾਂ ਪੁੱਛਿਆ ਭਾਈ ਕਿੱਥੋਂ ਆਏ ਹੋ? ਤੇ ਸੰਗਤਾਂ ਕਹਿੰਦੀਆਂ ਗੁਰੂ ਹਰਗੋਬਿੰਦ ਸਾਹਿਬ ਭਾਈ ਕੀ ਡਰੌਲੀ ਬੈਠੇ ਆ, ਗੁਰੂ ਜੀ ਦੇ ਦਰਸ਼ਨ ਕਰਕੇ ਵਿਸਾਖੀ ਮਨਾ ਕੇ ਆਏ ਆ ਸਾਰੇ। ਤੇ ਫਿਰ ਬਾਬਾ ਜੀ ਨਾ ਜੀ ਮਹਾਰਾਜ ਜੀ ਨੂੰ ਯਾਦ ਕਰਦੇ ਤੇ ਗੁਰੂ ਜੀ ਦੀ ਸੁਖ ਸ਼ਾਂਤੀ ਪੁੱਛਦੇ ਜੀ। ਹਾਂਜੀ, ਚਾਹੇ ਦਰਸ ਕਬ ਨਿਜ ਘਰ ਆਵਹੇ। ਪੁੱਛਦੇ ਸੀ ਵੀ ਅਸੀਂ ਵੀ ਦਰਸ਼ਨ ਕਰਨਾ ਚਾਹੁੰਦੇ ਮਹਾਰਾਜ ਦੇ, ਅੰਮ੍ਰਿਤਸਰ ਮਹਾਰਾਜ ਕਦੋਂ ਆਉਣਗੇ? ਹਾਂਜੀ, ਚੰਦ ਬਦਨ ਸੁੰਦਰ ਦਰਸਾਵਹੇ। ਮਹਾਰਾਜ ਜੀ ਦੇ ਸੋਹਣੇ ਚੰਦ ਮੁਖੜੇ ਦੇ ਦਰਸ਼ਨ ਕਦੋਂ ਹੋਣਗੇ? ਸਭ ਹਿਨ ਬ੍ਰਿਧ ਸੁਕੀਨ ਬਖਾਨੀ। ਤੇ ਬਾਬਾ ਬੁੱਢਾ ਜੀ ਨੇ ਜਦੋਂ ਪੁੱਛਿਆ ਨਾ, ਭਾਈ ਮਹਾਰਾਜ ਨੇ ਦੱਸਿਆ ਨਹੀਂ ਅੰਮ੍ਰਿਤਸਰ ਕਦੋਂ ਆਉਣਾ? ਤੇ ਸੰਗਤਾਂ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੀਆਂ, ਲਿਖੋ ਅਖਿਲ ਕੀ ਬਿਨੈ ਮਹਾਨੀ। ਬਾਬਾ ਜੀ ਇਹ ਤੇ ਤੁਹਾਨੂੰ ਹੀ ਪਤਾ ਹੋਏਗਾ। ਆਖੋ ਵਾਹਿਗੁਰੂ ਵਾਹਿਗੁਰੂ। ਅੰਮ੍ਰਿਤਸਰ ਦੀਆਂ ਸੰਗਤਾਂ ਇਕੱਠੀਆਂ ਹੋ ਗਈਆਂ। ਉਹ ਬਾਬਾ ਬੁੱਢਾ ਜੀ ਨੂੰ ਕਹਿੰਦੀਆਂ, ਬਾਬਾ ਜੀ ਮਹਾਰਾਜ ਨੂੰ ਸੱਦੋ ਸੱਚੇ ਪਾਤਸ਼ਾਹ, ਸਾਡੇ ਵੱਲੋਂ ਚਿੱਠੀ ਲਿਖੋ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਹੁਣ ਮਹਾਰਾਜ ਅੰਮ੍ਰਿਤਸਰ ਆਉਣ। ਹਾਂਜੀ, ਅਬਿਲਾਖਤ ਹੈ ਦਰਸ ਤੁਮਾਰਾ। ਮਹਾਰਾਜ ਨੂੰ ਆਖੋ ਅਸੀਂ ਦਰਸ਼ਨ ਕਰਨਾ ਚਾਹੁੰਦੇ ਆ ਸਾਰੇ। ਲਾਗ ਰਹਿਓ ਮਨ ਇਤਹੁ ਹਮਾਰਾ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਤੁਸੀਂ ਤੇ ਸਾਨੂੰ ਇਸ ਪਾਸੇ ਲਾ ਗਏ ਹੋ, ਪਰ ਸਾਡਾ ਮਨ, ਤੁਹਾਡਾ ਮਨ ਉਧਰ ਲੱਗਾ, ਸਾਡਾ ਮਨ ਤੁਹਾਡੇ ਤੋਂ ਬਗੈਰ ਨਹੀਂ ਲੱਗ ਰਿਹਾ। ਹਾਂਜੀ, ਆਇਸ ਬਿਨਾ ਨ ਆਏ ਸਕੈ ਹੈ। ਹੁਣ ਬਾਬਾ ਬੁੱਢਾ ਜੀ ਤੇ ਸੰਗਤਾਂ ਨੂੰ ਮਹਾਰਾਜ ਨੇ ਹੁਕਮ ਕੀਤਾ ਸੀ ਵੀ ਇੱਥੇ ਰਹਿਣਾ, ਦਰਬਾਰ ਸਾਹਿਬ ਦਾ ਪ੍ਰਬੰਧ ਛੱਡ ਕੇ ਵੀ ਨਹੀਂ ਜਾ ਸਕਦੇ ਜੀ। ਹਾਂਜੀ, ਚਿਤ ਚਾਹਤ ਹੀ ਦਿਵਸ ਬਿਤੈ ਹੈ। ਤੇ ਬਸ ਚਿੱਤ ਵਿੱਚ ਚਾਹੁੰਦਿਆਂ ਚਾਹੁੰਦਿਆਂ ਹੀ ਦਿਨ ਲੰਘ ਜਾਂਦਾ ਵੀ ਕਦੋਂ ਦਰਸ਼ਨ ਹੋਣਗੇ, ਕਦੋਂ ਗੁਰੂ ਹਰਗੋਬਿੰਦ ਸਾਹਿਬ ਆਉਣਗੇ। ਹਾਂਜੀ, ਸਦਨ ਪ੍ਰਵੇਸ਼ ਹੋ ਆਨ ਗੁਸਾਈ। ਤੇ ਮਹਾਰਾਜ ਨੂੰ ਚਿੱਠੀ ਲਿਖੋ, ਬਾਬਾ ਜੀ ਮਹਾਰਾਜ ਗੁਰੂ ਕੇ ਮਹਿਲਾਂ ਵਿੱਚ ਆ ਕੇ ਬੈਠਣ। ਹਾਂਜੀ, ਤਹਾਂ ਬਸਨ ਕੈਸੇ ਮਨ ਭਾਈ। ਵੀ ਉੱਥੇ ਵਸਣਾ ਹੀ ਚੰਗਾ ਲੱਗ ਗਿਆ ਮਹਾਰਾਜ ਨੂੰ। ਹਾਂਜੀ, ਪਿਤਾ ਪਿਤਾਮ ਸੰਬੰਧੀ ਥਾਨ। ਤੀਰਥ ਸਤਿਗੁਰ ਕੀਨ ਮਹਾਨ। ਇਹ ਮਹਾਰਾਜ ਜੀ ਨੂੰ ਆਖੋ ਵੀ ਤੁਹਾਡੇ ਦਾਦਾ ਜੀ ਦਾ, ਤੁਹਾਡੇ ਪਿਤਾ ਜੀ ਦਾ ਸਥਾਨ ਹੈ, ਤੀਰਥ ਹੈ ਬੜਾ ਵੱਡਾ। ਹਾਂਜੀ, ਕਿਮ ਵਿਸਾਰਨੋ ਬਨਹਿ ਜੋ ਐਸੇ। ਤੇ ਇਦਾਂ ਫਿਰ ਆਪ ਜੀ ਨੇ ਮਹਾਰਾਜ ਕਿਵੇਂ ਵਿਸਾਰ ਦਿੱਤਾ ਅੰਮ੍ਰਿਤਸਰ ਸ਼ਹਿਰ। ਹਾਂਜੀ, ਬਸਹੁ ਆਪ ਪਿਤ ਦਾਦਾ ਜੈਸੇ। ਜਿਵੇਂ ਤੁਹਾਡੇ ਪਿਤਾ ਤੇ ਦਾਦਾ ਜੀ ਅੰਮ੍ਰਿਤਸਰ ਰਹਿੰਦੇ, ਤੁਸੀਂ ਵੀ ਵਾਪਸ ਅੰਮ੍ਰਿਤਸਰ। ਸੰਗਤ ਜੀ ਪਿਆਰ ਵਾਲਿਆਂ ਦੀ ਤੇ ਅਵਸਥਾ ਹੋ ਜਾਂਦੀ ਵੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰੈ ਤੁਧ ਭਗਵੰਤਾ, ਮੋਹੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਾਂਜੀ, ਇਤਿਆਦਿਕ ਬ੍ਰਿਧ ਲਿਖਿਓ ਕਨੇਰੇ। ਇਹ ਸਾਰੀ ਗੱਲ ਨਾ ਜੀ ਬਾਬਾ ਬੁੱਢਾ ਜੀ ਨੇ ਫਿਰ ਚਿੱਠੀ 'ਚ ਲਿਖ ਦਿੱਤੀ ਜੀ, ਮਹਾਰਾਜ ਕਦੋਂ ਆਓਗੇ ਸੱਚੇ ਪਾਤਸ਼ਾਹ। ਸੰਗਤਾਂ ਆਪ ਜੀ ਨੂੰ ਉਡੀਕ ਰਹੀਆਂ ਨੇ। ਹਾਂਜੀ, ਸਿੱਖ ਗੁਰਦਾਸ ਆਦਿ ਕੰਨ ਪ੍ਰੇਰੇ। ਤੇ ਭਾਈ ਗੁਰਦਾਸ ਜੀ ਨੇ ਫਿਰ ਇੱਕ ਸਿੱਖ ਨੂੰ ਪ੍ਰੇਰਿਆ ਜੀ। ਹਾਂਜੀ,
ਪਠਿਓ ਸਿੱਖ ਚਲ ਤੂਰਨ ਆਇਓ। ਤੇ ਉਹਨੂੰ ਆਖਿਆ ਵੀ ਛੇਤੀ ਜਾ ਤੇ ਡਰੌਲੀ ਜਾ ਤੇ ਚਿੱਠੀ ਦੇ ਕੇ ਆ। ਆਖੋ ਵਾਹਿਗੁਰੂ। ਵਾਹਿਗੁਰੂ। ਹਾਂਜੀ। ਸ੍ਰੀ ਸਤਿਗੁਰ ਕੋ ਦਰਸ਼ਨ ਪਾਇਓ। ਉਹ ਫਿਰ ਛੇਤੀ ਗਿਆ ਜੀ ਤੇ ਡਰੌਲੀ ਚ ਪਹੁੰਚਿਆ ਜੀ। ਉਸ ਸਿੱਖ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ। ਹਾਂਜੀ। ਕਰ ਬੰਧਨ ਕੋ ਬਿਨੈ ਉਚਾਰੀ। ਮਹਾਰਾਜ ਜੀ ਨੂੰ ਮੱਥਾ ਟੇਕਿਆ, ਬੜੇ ਪਿਆਰ ਨਾਲ ਬੇਨਤੀ ਕੀਤੀ। ਧਰ ਦੀਨਸ ਅਰਦਾਸ ਅਗਾਰੀ। ਉਹ ਚਿੱਠੀ ਜਿਹੜੀ ਬਾਬਾ ਜੀ ਦੇ ਹੱਥਾਂ ਦੀ ਲਿਖੀ ਸੀ ਨਾ ਜੀ, ਕਿਹੜੇ ਬਾਬਾ ਜੀ ਦੇ? ਬਾਬਾ ਬੁੱਢਾ ਜੀ ਦੇ। ਉਹ ਮਹਾਰਾਜ ਜੀ ਦੇ ਅੱਗੇ ਰੱਖੀ ਜੀ। ਹਾਂਜੀ। ਸਭ ਕੀ ਕੁਸ਼ਲ ਬੂਝ ਤਹਿ ਸੰਗ। ਮਹਾਰਾਜ ਸਾਰਾ ਰਾਜੀ ਖੁਸ਼ੀ ਪੁੱਛਦੇ ਸਿੱਖ ਨੂੰ ਵੀ ਸਾਰੇ ਠੀਕ ਨੇ। ਹਾਂਜੀ। ਪੁੰਨ ਕਾਗਤ ਲੈ ਪਠਿਓ ਪ੍ਰਸੰਗ। ਤੇ ਫਿਰ ਮਹਾਰਾਜ ਗਰੀਬ ਨਵਾਜ਼ ਉਹ ਕਾਗਜ਼ ਲੈ ਕੇ ਪੜਨ ਲੱਗ ਪਏ। ਜਾਨ ਬਿਨੈ ਨਿਜ ਸਿੱਖਨ ਕੇਰੀ। ਆਪਣੇ ਪਿਆਰੇ ਸਿੱਖਾਂ ਦੀ ਬੇਨਤੀ ਜਾਣੀ ਮਹਾਰਾਜ ਨੇ। ਸਾਡੇ ਪਿਆਰੇ ਸਿੱਖ ਸਾਨੂੰ ਯਾਦ ਕਰ ਰਹੇ ਨੇ। ਕਰੀ ਗਮਨ ਕੀ ਮਤ ਤਿਸ ਬੇਰੀ। ਤੇ ਅੰਮ੍ਰਿਤਸਰ ਨੂੰ ਜਾਣ ਬਾਰੇ ਮਹਾਰਾਜ ਨੇ ਫਿਰ ਮਨ ਬਣਾਇਆ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਹਾਂਜੀ। ਬਹੁਰ ਪਠਿਓ ਕਾਗਤ ਲਿਖਵਾਏ। ਹਾਂਜੀ। ਬਿਨਾ ਬਿਲੰਬ ਆਏ ਇਸ ਥਾਏ। ਮਹਾਰਾਜ ਨੇ ਇੱਕ ਸਿੱਖ ਸੱਦਿਆ। ਮਹਾਰਾਜ ਕਹਿੰਦੇ ਕਾਗਜ਼ 'ਚ ਲਿਖ ਬਾਬਾ ਬੁੱਢਾ ਜੀ ਅਸੀਂ ਛੇਤੀ ਅੰਮ੍ਰਿਤਸਰ ਆ ਰਹੇ ਹਾਂ। ਹਾਂਜੀ। ਸਰਬ ਕਾਜ ਇਤਕੇ ਹੋਏ ਗਏ। ਕਿਉਂ ਪਹਿਲਾਂ ਰਸਤੇ 'ਚ ਨਾਨਕ ਮੱਤੇ ਸਮਾਂ ਲੱਗਾ। ਨਾਨਕ ਮੱਤੇ ਤੋਂ ਪਹਿਲਾਂ ਕਰਤਾਰਪੁਰ ਰੁਕੇ ਰਹੇ ਮਹਾਰਾਜ ਕੁਝ ਦਿਨ। ਫਿਰ ਨਾਨਕ ਮੱਤੇ ਕਈ ਦਿਨ ਰੁਕਦਿਆਂ ਪਹੁੰਚੇ। ਕਈ ਦਿਨ ਨਾਨਕ ਮੱਤੇ ਰਹੇ। ਆਉਂਦਿਆਂ ਕਈ ਦਿਨ ਲੱਗੇ। ਫਿਰ ਭਾਈ ਕੀ ਡਰੌਲੀ ਰੁਕੇ ਜੀ। ਹਾਂਜੀ। ਕਈ ਮਹੀਨੇ ਭਾਈ ਕੀ ਡਰੌਲੀ ਰਹੇ ਮਹਾਰਾਜ ਜੀ। ਤੇ ਕਾਫੀ ਸਮਾਂ ਹੋ ਗਿਆ ਸੀਗਾ ਜੀ। ਮਹਾਰਾਜ ਕਹਿੰਦੇ ਸਾਰੇ ਕਾਰਜ ਪੂਰੇ ਹੋ ਗਏ ਨੇ। ਹਾਂਜੀ। ਪੂਰ ਮਨੋਰਥ ਸਿੱਖਿਅਨ ਕਏ। ਸਾਰੇ ਸਿੱਖਾਂ ਦੇ ਮਨੋਰਥ ਵੀ ਪੂਰੇ ਹੋ ਗਏ। ਹਾਂਜੀ। ਸਤਿਗੁਰ ਸ਼ਬਦ ਕਰਹੁ ਪਠ ਪ੍ਰੇਮ। ਜੋ ਦਾਤਾ ਦੋਹਿ ਲੋਕਨ ਛੇਮ। ਲੈ ਗੁਰ ਤੇ ਗਮਨਿਓ ਸਿੱਖ ਸੋਈ। ਜਾਏ ਪਹੁੰਚਿਓ ਪੁਰ ਸੁਧ ਹੋਈ। ਮਹਾਰਾਜ ਜੀ ਨੇ ਚਿੱਠੀ 'ਚ ਲਿਖਵਾਇਆ ਅਸੀਂ ਆ ਰਹੇ ਹਾਂ ਪਰ ਫਿਰ ਵੀ ਕੁਝ ਦਿਨ ਲੱਗਣੇ ਤੇ ਤੁਸੀਂ ਇੰਜ ਕਰੋ ਜਿਹੜੇ ਗੁਰਸਿੱਖ ਸਾਡੇ ਦਰਸ਼ਨ ਕਰਨਾ ਚਾਹੁੰਦੇ ਆ ਹਰ ਰੋਜ਼ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਦਰਬਾਰ ਸਾਹਿਬ ਦੇ ਸਰੋਵਰ ਦੀ ਪਰਿਕਰਮਾ ਕਰਦੇ ਹੋਏ ਸ਼ਬਦ ਪੜਿਆ ਕਰੋ। ਤੇ ਦਰਬਾਰ ਸਾਹਿਬ ਦੇ ਅੱਗੇ ਖਲੋ ਕੇ ਅਰਦਾਸ ਕਰਿਆ ਕਰੋ। ਜਦੋਂ ਅਰਦਾਸ 'ਚ ਸ਼ਾਮਲ ਹੋਵੋਗੇ ਤੁਹਾਨੂੰ ਸਾਡੇ ਦਰਸ਼ਨ ਪ੍ਰਾਪਤ ਹੋਇਆ ਕਰਨਗੇ। ਉਹ ਅੱਜ ਵੀ ਚੌਂਕੀ ਸਾਧ ਸੰਗਤ ਜੀ ਦਰਬਾਰ ਸਾਹਿਬ 'ਚ ਕੱਢੀ ਜਾਂਦੀ ਹੈ। 10 ਜਾਂ 15 ਮਿੰਟ ਉਚੇਚਾ ਉਸ ਚੌਂਕੀ ਜਦੋਂ ਆਉਂਦੀ ਹੈ ਨਾ ਅੰਦਰ ਤੇ ਕੀਰਤਨ ਰੁਕ ਜਾਂਦਾ। ਚੌਂਕੀ ਸਾਹਿਬ ਕੱਢਣ ਵਾਲੇ ਅਰਦਾਸ ਕਰਦੇ ਆ ਜੀ। ਹਾਂਜੀ। ਸੁਨਿਓ ਹੁਕਮਨਾਮਾ ਗੁਰ ਕੇਰਾ। ਉਹ ਸਿੱਖ ਫਿਰ ਛੇਤੀ ਲੈ ਕੇ ਉਹ ਚਿੱਠੀ ਹੁਕਮਨਾਮਾ ਤੇ ਅੰਮ੍ਰਿਤਸਰ ਆਇਆ। ਜਦੋਂ ਬਾਬਾ ਬੁੱਢਾ ਜੀ ਨੇ ਉਹ ਹੁਕਮਨਾਮਾ ਸੁਣਿਆ ਸਭ ਕੇ ਹਰਖ ਭਇਓ ਤਿਸ ਬੇਰਾ। ਤੇ ਸਾਰੇ ਫਿਰ ਖੁਸ਼ ਹੋ ਗਏ ਜੀ। ਮਹਾਰਾਜ ਆ ਰਹੇ ਆ ਪਰ ਜਿੰਨੇ ਦਿਨ ਨਹੀਂ ਆਉਣਾ ਉਹਨੇ ਦਿਨ ਚੌਂਕੀ ਸਾਹਿਬ ਕੱਢਣ ਦਾ ਹੁਕਮ ਹੈ। ਹਾਂਜੀ। ਬਹੁਰ ਬ੍ਰਿਧ ਨੇ ਸਭ ਸੋ ਭਾਖਾ। ਤੇ ਬਾਬਾ ਬੁੱਢਾ ਜੀ ਨੇ ਫਿਰ ਸਾਰਿਆਂ ਨੂੰ ਆਖਿਆ ਤੁਰਤ ਦਰਸ ਗੁਰ ਦੈ ਅਭਿਲਾਖਾ। ਭਾਈ ਛੇਤੀ ਮਹਾਰਾਜ ਦਰਸ਼ਨ ਦੇ ਕੇ ਤੁਹਾਡੀ ਇੱਛਾ ਪੂਰੀ ਕਰਨਗੇ। ਹਾਂਜੀ। ਪ੍ਰੇਮ ਸੰਗ ਰਹਿ ਰਾਸ ਪਛੇਰੇ। ਤੇ ਭਾਈ ਪਿਆਰ ਦੇ ਨਾਲ ਹਰ ਰੋਜ਼ ਹੀ ਰਹਿ ਰਸ ਜੀ ਦੇ ਪਾਠ ਤੋਂ ਪਿੱਛੋਂ ਆਪਾਂ ਹੁਣ ਬੈਠੇ ਨਾ ਇੱਥੇ ਦਰਬਾਰ ਸਾਹਿਬ ਚੌਂਕੀ ਸਾਹਿਬ ਨਿਕਲ ਰਹੀ ਹੋਣੀ ਹੈ ਇਸ ਟਾਈਮ ਨਿਕਲ ਰਹੀ। ਹਾਂਜੀ। ਮਿਲਹੁ ਸਿੱਖ ਤਬ ਹੋਏ ਕਨੇਰੇ। ਸਾਰੇ ਨਗਰ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਨਾ ਮਿਲ ਕੇ। ਹਾਂਜੀ। ਸਨੇ ਸਨੇ ਪ੍ਰਦਛਨਾ ਕਰੀਏ
ਪ੍ਰੇਮ ਸੰਗ ਗੁਰ ਸ਼ਬਦ ਉਚਰੀਐ। ਤੇ ਪਿਆਰ ਨਾਲ ਬਾਣੀ ਪੜ੍ਹਦਿਆਂ ਪੜ੍ਹਦਿਆਂ ਸਰੋਵਰ ਦੀ ਪਰਿਕਰਮਾ ਕਰਿਆ ਕਰੋ। ਕਹਿਣ ਲੱਗੇ ਇਹ ਰੀਤ ਫਿਰ ਬਾਬਾ ਬੁੱਢਾ ਜੀ ਨੇ ਤੋਰੀ। ਹਾਂਜੀ। ਹਲਤ ਪਲਤ ਨਿਜ ਭਲੋ ਵਿਚਰੀਐ। ਹੁਕਮ ਗੁਰੂ ਆਇਓ ਮਨ ਧਰੀਐ। ਅਰਦਾਸ ਫਿਰ ਜਿਹੜਾ ਕਰੇਗਾ ਚੌਂਕੀ ਤੋਂ ਬਾਅਦ ਉਹਨੂੰ ਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੋਣਗੇ। ਪ੍ਰੇਮ ਬਸੀ ਹੈ। ਹੁਣ ਵੀ ਕਈ ਪ੍ਰੇਮੀ ਐਸੇ ਹੈ ਸਾਧ ਸੰਗਤ ਜੀ ਜਿਨ੍ਹਾਂ ਨੂੰ ਉਸ ਚੌਂਕੀ ਸਾਹਿਬ ਵਿੱਚ ਵਿਚਰਦੇ ਆ ਨਾ ਮਹਾਰਾਜ ਜੀ ਦੇ ਦਰਸ਼ਨ ਹੋ ਜਾਂਦੇ ਆ ਜੀ। ਬਾਬਾ ਬੁੱਢਾ ਜੀ ਦੀ ਚੌਂਕੀ ਸਾਹਿਬ ਜੁਗੋ ਜੁਗ ਅਟਲ ਰਹੀ ਜੀ, ਅੱਜ ਵੀ ਨਿਕਲਦੀ ਜੀ। ਹਾਲਤ ਪਲਤ ਨਿਜ ਭਲੋ ਵਿਚਰੀਆ ਹੈ। ਬਾਬਾ ਬੁੱਢਾ ਜੀ ਕਹਿੰਦੇ ਸਿੱਖੋ ਇਹ ਗੁਰੂ ਦਾ ਹੁਕਮ ਤੇ ਗੁਰੂ ਦਾ ਹੁਕਮ ਮੰਨਣ ਵਾਲੇ ਦਾ ਲੋਕ 'ਚ ਵੀ ਭਲਾ ਹੁੰਦਾ ਤੇ ਪਰਲੋਕ ਵਿੱਚ ਵੀ ਭਲਾ ਹੁੰਦਾ। ਗੁਰੂ ਦਾ ਹੁਕਮ ਨਾਮ ਜਪਣਾ ਚਾਹੀਦਾ। ਗੱਜ ਕੇ ਆਖੋ ਸਾਰੇ ਵਾਹਿਗੁਰੂ ਵਾਹਿਗੁਰੂ। ਹਾਂਜੀ। ਪ੍ਰੇਮ ਬਸੀ ਹੈ ਸਹਿਜ ਸੁਭਾਇਕ। ਹੁਕਮ ਗੁਰੂ ਆਇਓ ਮਨ ਧਰੀਏ। ਇਹ ਹੁਕਮ ਪੱਕਾ ਰੱਖੋ। ਬਾਬਾ ਬੁੱਢਾ ਸਾਹਿਬ ਕਹਿੰਦੇ ਭਾਈ ਪਿਆਰਿਓ ਗੁਰੂ ਹਰਗੋਬਿੰਦ ਸਾਹਿਬ ਪਿਆਰ ਦੇ ਵਸ ਵਿੱਚ ਹੈਗੇ, ਪਿਆਰ ਦੇ ਵਸ ਵਿੱਚ। ਹਾਂਜੀ। ਆਏ ਦਰਸ ਦੇ ਸਭ ਸੁਖਦਾਇਕ। ਮਹਾਰਾਜ ਆਉਣਗੇ ਦਰਸ਼ਨ ਦੇ ਕੇ ਸਾਰਿਆਂ ਨੂੰ ਸੁਖੀ ਕਰਨਗੇ। ਹਾਂਜੀ। ਸੁਨਤ ਬ੍ਰਿਧ ਤੇ ਸਿੱਖ ਨ ਮਾਨਾ। ਹਾਂਜੀ। ਸੰਧਿਆ ਵਿਖੇ ਮੇਲ ਬੜ ਠਾਨਾ। ਤੇ ਫਿਰ ਗੁਰਸਿੱਖਾਂ ਨੇ ਬਚਨ ਮੰਨਿਆ ਹਰ ਰੋਜ਼ ਸੰਧਿਆ ਵੇਲੇ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਸੁਦਾ ਸਰੋਵਰ ਕੇ ਚਹੁ ਫੇਰੇ। ਤੇ ਸਰੋਵਰ ਦੇ ਚਾਰੋਂ ਪਾਸੇ ਅੱਜ ਵੀ ਫੇਰਦੇ। ਹਾਂਜੀ। ਫਿਰਤ ਪੜਤ ਕਰ ਪ੍ਰੇਮ ਕਨੇਰੇ। ਤੇ ਫਿਰ ਪਰਿਕਰਮਾ ਕਰਦਿਆਂ ਕਰਦਿਆਂ ਸਾਧ ਸੰਗਤ ਦੀ ਸ਼ਬਦ ਪੜ੍ਹਦੇ। ਉਦੋਂ ਨਾ ਜੀ ਬਾਬਾ ਬੁੱਢਾ ਜੀ ਸ਼ਾਮਲ ਹੁੰਦੇ ਸੀਗੇ ਉਸ ਪਰਿਕਰਮਾ 'ਚ। ਬਾਬਾ ਜੀ ਅੱਜ ਵੀ ਅੰਮ੍ਰਿਤਸਰ ਸ਼ਹਿਰ ਦੇ ਬਜ਼ੁਰਗ ਜਿਹੜੇ ਉਹ ਚੌਂਕੀ ਸਾਹਿਬ ਕੱਢਦੇ ਆ ਤੇ ਬਾਬਾ ਬੁੱਢਾ ਜੀ ਅੱਜ ਵੀ ਨਾਲ ਜਾਂਦੇ। ਭਲਾ ਕੀ ਹਰ ਰੋਜ਼ ਅਕਾਲ ਤਖਤ ਸਾਹਿਬ ਤੋਂ ਇੱਕ ਉਹ ਚੌਂਕੀ ਕੱਢਣ ਵਾਲਿਆਂ ਵਿੱਚੋਂ ਇੱਕ ਸਿੱਖ ਜਾਂਦਾ ਜੀ ਤੇ ਬਾਬਾ ਬੁੱਢਾ ਜੀ ਦੀ ਸ੍ਰੀ ਸਾਹਿਬ ਲੈ ਕੇ ਆਉਂਦਾ ਹੈ ਜੀ। ਬਾਬਾ ਬੁੱਢਾ ਜੀ ਜਿਹੜੀ ਸ੍ਰੀ ਸਾਹਿਬ ਗਾਤਰੇ ਰੱਖਦੇ ਸੀ ਨਾ ਉਹ ਸ੍ਰੀ ਸਾਹਿਬ ਫਿਰ ਉਹ ਇੱਕ ਗੁਰਸਿੱਖ ਅੱਗੇ ਫੜ ਕੇ ਉਹਨੂੰ ਫੁੱਲਾਂ ਦਾ ਹਾਰ ਸਜਾ ਕੇ ਤੇ ਸਭ ਤੋਂ ਅੱਗੇ ਅੱਗੇ ਤੁਰਦਾ ਜੀ। ਪਿੱਛੇ ਪਿੱਛੇ ਸੰਗਤਾਂ ਨੇ ਪਰਿਕਰਮਾ 'ਚ ਹੁਣ ਵੀ ਅੱਜ ਵੀ ਉਹ ਨਿਕਲਦੀ ਹੈ ਜੀ। ਪਰਿਕਰਮਾ ਕਰਕੇ ਉਹ ਅੰਦਰ ਪਹੁੰਚਦੇ ਆ ਤੇ ਜਦੋਂ ਉਹ ਪਹੁੰਚਦੇ ਅੰਦਰ ਉਦੋਂ ਫਿਰ ਵਾਹਿਗੁਰੂ ਕੀਰਤਨ ਰੁਕ ਜਾਂਦਾ। ਫਿਰ ਚੌਂਕੀ ਸਾਹਿਬ ਕੱਢਣ ਵਾਲੇ ਅਰਦਾਸ ਕਰਦੇ ਆ। ਇਹ ਬਾਬਾ ਬੁੱਢਾ ਜੀ ਨੇ ਮਰਿਆਦਾ ਤੋਰੀ ਸੀ ਚੌਂਕੀ ਸਾਹਿਬ ਦੀ ਜੀ। ਸੋ ਮਹਾਰਾਜ ਜੀ ਕਿਰਪਾ ਕਰਨ ਜਿਹੜਾ ਦਰਸ਼ਨ ਕਰਦਾ ਉਸ ਚੌਂਕੀ ਵਿੱਚ ਸ਼ਾਮਲ ਹੁੰਦਾ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦਾ ਫਲ ਮਿਲਦਾ ਹੈ ਜੀ। ਸਤਿਗੁਰੂ ਜੀ ਸਾਡੇ ਧੰਨ ਨੇ। ਆਓ ਪੰਕਤੀ ਪੜ੍ਹੀਏ ਫਿਰ ਅਰਦਾਸ ਖਿਮਾ ਮੰਗੇ। ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਤੁਸੀਂ ਬੋਲੋ। ਧੰਨ ਧੰਨ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਲਓ ਜੀ ਹੁਣ ਤੱਕ ਨਹੀਂ ਜਿਹੜਾ ਬੋਲਿਆ ਇੱਕ ਵਾਰੀ ਫੇਰ ਬੋਲਾਂਗਾ, ਰੱਜ ਕੇ ਬੋਲ ਲਓ।
ਉਹ ਸ਼ਬਦ ਪੜ੍ਹਦੇ ਆ, ਪਰਿਕਰਮਾ ਕਰਦੇ ਆ। ਤੁਸੀਂ ਇੱਥੇ ਬੈਠਿਆਂ ਹੀ ਦਰਬਾਰ ਸਾਹਿਬ ਦਾ ਧਿਆਨ ਧਰੋ ਜੀ। ਸਮਝੋ ਅਸੀਂ ਵੀ ਚੌਂਕੀ ਸਾਹਿਬ ਤੇ ਅੱਗੇ ਅੱਗੇ ਬਾਬਾ ਬੁੱਢਾ ਜੀ ਤੁਰੇ ਜਾਂਦੇ ਆ, ਅਸੀਂ ਮਗਰ ਮਗਰ ਤੁਰ ਰਹੇ ਆ ਤੇ ਚੌਂਕੀ ਕੱਢ ਰਹੇ ਆ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਸੱਚੇ ਪਾਤਸ਼ਾਹ ਦੀ ਮਿਹਰ ਕਰਨ, ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਸਾਰੀ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।